ਸੁਣ ਕੇ ਆਪਾਂ ਨੂੰ ਹਰ ਬੰਦੇ ਨੂੰ ਹੈਰਾਨੀ ਹੁੰਦੀ ਹੈ ਵੀ 70 ਸਾਲ ਦੀ ਉਮਰ 'ਚ ਉਹਨਾਂ ਨੇ USA ਜਾ ਕੇ ਨਰਸਿੰਗ ਕੀਤੀ। ਪਛਤਾਵਾ ਨਹੀਂ ਹੋਣਾ ਚਾਹੀਦਾ, ਮਨ 'ਚ ਇਹ ਰਿਗਰੈਟ ਨਹੀਂ ਹੋਣਾ ਚਾਹੀਦਾ ਕਿ ਮੈਂ ਜ਼ਿੰਦਗੀ 'ਚ ਪੜ੍ਹਨਾ ਚਾਹੁੰਦਾ ਸੀ ਜਾਂ ਕੁਝ ਸਿੱਖਣਾ ਚਾਹੁੰਦਾ ਸੀ, ਕਰਨਾ ਚਾਹੁੰਦਾ ਸੀ, ਮੈਂ ਕਰ ਨਹੀਂ ਸਕਿਆ। ਮੈਂ ਆਪਣੇ ਬਾਰੇ ਬੈਠੇ ਸੋਚੀ ਜਾਣਾ ਵੀ ਮੈਨੂੰ ਇੰਨਾ ਤਰੀਕੇ ਨਾਲ ਮਤਲਬ ਸਾਰੇ ਯਾਦ ਕਰਦੇ ਨੇ ਵੀ ਰੁਪਿੰਦਰ ਤੂੰ ਐਂ ਕਰਦੀ ਹੁੰਦੀ ਸੀ, ਤੂੰ ਐਂ ਕਰਦੀ ਸੀ, ਵੀ ਮੈਨੂੰ ਲੱਗਣ ਲੱਗ ਗਿਆ ਸੀ ਵੀ ਉਹ ਇੱਕ ਅਲੱਗ ਕੁੜੀ ਦੀਆਂ ਗੱਲਾਂ ਕਰਦੇ ਨੇ। ਮੈਂ ਉਹ ਜ਼ਿੰਦਗੀ ਨੂੰ ਬਿਲਕੁਲ ਸੈਪਰੇਟ ਕਰਤਾ ਆਪਣੇ ਆਪ ਨਾਲ। ਜਿੱਦਾਂ ਰਾਜਪਾਲ ਮੱਖਣੀ ਹੁਣੀ ਵੀ ਕਹਿੰਦੇ ਹੁੰਦੇ ਨੇ ਵੀ ਸਿਰਾ ਕਿਸੇ ਗੱਲ ਦਾ ਨਹੀਂ ਹੁੰਦਾ ਹੈਗਾ, ਨਾ ਇੱਧਰ ਦਾ ਨਾ ਇੱਧਰ ਦਾ। ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਦੀਆਂ ਸ਼ਾਇਦ ਕਹਾਣੀਆਂ ਆਪਾਂ ਨੂੰ ਪੜ੍ਹਨ ਨੂੰ ਨਹੀਂ ਮਿਲਦੀਆਂ, ਪਰ ਜਿਨ੍ਹਾਂ ਨੇ ਮਤਲਬ ਜ਼ਿੰਦਗੀ ਨੂੰ ਜਾਂ ਉਮਰ ਨੂੰ ਇੱਕ ਸਟਾਪ ਨਹੀਂ ਬਣਾਇਆ ਆਪਣੀ ਲਾਈਫ 'ਚ। ਬੱਬਲ ਹੁਣਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਨਾ ਬਹੁਤ ਸੋਹਣੀ ਗੱਲ ਕਹੀ ਸੀਗੀ, ਕਹਿੰਦੇ ਵੀ ਜਿਸ ਜਗ੍ਹਾ ਤੇ ਆਪਾਂ ਖੜੇ ਹਾਂ, ਜੇ ਆਪਾਂ ਪਿੱਛੇ ਮੁੜ ਕੇ ਦੇਖੀਏ ਆਪਣੇ ਤੋਂ ਪਿੱਛੇ ਵੀ ਬਹੁਤ ਲੋਕ ਨੇ, ਜੇ ਆਪਾਂ ਆਪਣੇ ਸਾਹਮਣੇ ਦੇਖੀਏ, ਅੱਗੇ ਦੇਖੀਏ ਤਾਂ ਆਪਣੇ ਤੋਂ ਅੱਗੇ ਵੀ ਬਹੁਤ ਨੇ। ਫਿਰ ਉਹ ਚੀਜ਼ਾਂ ਨਾ ਹੌਲੀ ਹੌਲੀ ਤਾਂ ਤੁਸੀਂ ਚੰਗੀਆਂ ਸਮਝਦੇ ਹੋ ਪਹਿਲਾਂ ਵੀ, ਹਾਂ ਮੇਰਾ ਪਰਿਵਾਰ ਆ, ਮੇਰੇ ਬੱਚੇ ਨੇ, ਮੈਂ ਇਹਨਾਂ ਦੀ ਕੇਅਰ ਕਰ ਰਹੀ ਹਾਂ, ਪਰ ਜਦੋਂ ਤੁਸੀਂ ਆਪਣੇ ਨਾਲਦਿਆਂ ਨੂੰ ਬਹੁਤ ਅੱਗੇ ਚਲੇ ਗਏ ਦੇਖਦੇ ਹੋ ਨਾ, ਫਿਰ ਤੁਹਾਨੂੰ ਲੱਗਦਾ ਵੀ ਮੈਂ ਹਾਲੇ ਵੀ ਉੱਥੇ ਹੀ ਖੜੀ ਹਾਂ। ਸਿੱਖਣ ਦੀ ਜਾਂ ਪੜ੍ਹਨ ਦੀ ਜਾਂ ਆਪਣੇ ਸੁਪਨੇ ਪੂਰੇ ਕਰਨ ਦੀ ਵੀ ਕੋਈ ਉਮਰ ਨਹੀਂ ਹੁੰਦੀ ਹੈਗੀ। ਤੁਹਾਨੂੰ ਜਦੋਂ ਸਹੀ ਲੱਗਦਾ ਜਾਂ ਜ਼ਿੰਦਗੀ 'ਚ ਕਦੇ ਵੀ ਤੁਹਾਨੂੰ ਕੋਈ ਮੌਕਾ ਮਿਲਦਾ ਜਾਂ ਤੁਹਾਡੇ ਕੋਲੇ ਸਮਾਂ ਹੈਗਾ ਤਾਂ ਤੁਸੀਂ ਜ਼ਰੂਰ ਉਹਨਾਂ ਚੀਜ਼ਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ। ਚਿੰਤ ਕੌਰ ਉਹਨਾਂ ਦਾ ਵਿਆਹ ਬਹੁਤ ਛੋਟੀ ਉਮਰ 'ਚ ਹੋ ਗਿਆ ਸੀਗਾ ਨਾ, ਉਹ 13 ਸਾਲ ਦੇ ਸੀਗੇ। ਤੁਸੀਂ ਮੰਨੋਗੇ ਵੀ ਉਹ ਤੇ ਉਹਨਾਂ ਦੀਆਂ ਬੇਟੀਆਂ ਇਕੱਠੇ 10th ਕਰ ਰਹੇ ਸੀਗੇ। ਵੀ ਸੋਸ਼ਲ ਵੇਖ ਰਹੇ ਹੋ ਤੁਸੀਂ, ਮੈਂ ਗੁਰਦੀਪ ਗਰੇਵਾਲ। ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਭ ਠੀਕ ਠਾਕ ਹੋਵੋਗੇ। ਇੱਕ ਵਾਰ ਫਿਰ ਤੋਂ ਅਸੀਂ ਹਾਜ਼ਰ ਹੋ ਗਏ ਹਾਂ ਪ੍ਰੋਗਰਾਮ ਗੱਲ ਤੇ ਗੱਲ ਦਾ ਨਵਾਂ ਐਪੀਸੋਡ ਲੈ ਕੇ। ਅਸੀਂ 50 ਐਪੀਸੋਡ ਇਸ ਪ੍ਰੋਗਰਾਮ ਦੇ ਖਤਮ ਕਰ ਚੁੱਕੇ ਹਾਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਸਾਨੂੰ ਹੁਣ ਤੱਕ ਸਹਿਯੋਗ ਦਿੱਤਾ। ਅਸੀਂ ਇੱਕ ਵੱਖਰਾ ਐਕਸਪੈਰੀਮੈਂਟ ਕਰਨਾ ਚਾਹੁੰਦੇ ਸੀਗੇ ਤੇ ਤੁਸੀਂ ਸਾਡੇ ਇਸ ਐਕਸਪੈਰੀਮੈਂਟ ਨੂੰ ਸਕਸੈਸਫੁਲ ਕੀਤਾ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਭੈਣ ਰੁਪਿੰਦਰ ਸੰਧੂ ਹੋਣਗੇ ਤੇ ਅੱਜ ਦਾ ਸਾਡਾ ਵਿਸ਼ਾ ਰਹੇਗਾ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਅਸੀਂ ਆਲੇ ਦੁਆਲੇ ਬਹੁਤ ਸਾਰੀਆਂ ਉਦਾਹਰਨਾਂ ਆਪਣੇ ਦੇਖਦੇ ਹਾਂ ਜਿਨ੍ਹਾਂ ਨੇ ਮੰਨ ਲਓ ਕਹਿ ਲਓ ਆਪਾਂ ਵੀ 80 ਸਾਲ ਦੀ ਉਮਰ ਦੇ ਵਿੱਚ ਜਾ ਕੇ PhD ਕੀਤੀ, ਜਾਂ ਸਾਡੇ ਇੱਕ ਗੁਆਂਢੀ ਨੇ ਆਂਟੀ, ਉਹਨਾਂ ਨੇ ਆਪਣੇ ਵਿਆਹ ਤੋਂ 17 ਸਾਲਾਂ ਮਗਰੋਂ ਜਾ ਕੇ ਆਪਣੀ MA ਕੰਪਲੀਟ ਕੀਤੀ ਜਦੋਂ ਉਹਨਾਂ ਦੇ ਨਿਆਣੇ ਗਾਹਾਂ 10ਵੀਂ 12ਵੀਂ ਦੇ ਵਿੱਚ ਸੀਗੇ। ਤੇ ਇੱਕ ਹੋਰ ਕੁੜੀ ਨੂੰ ਮੈਂ ਜਾਣਦੀ ਹਾਂ ਜਿਹਨੇ ਆਪਣੇ ਵਿਆਹ ਤੋਂ ਬਾਅਦ ਆਪਣੇ ਬੱਚਿਆਂ ਤੋਂ ਬਾਅਦ B.Ed ਕੀਤੀ, ਆਪਣੀ MA ਕੰਪਲੀਟ ਕੀਤੀ ਅਤੇ ਫਿਰ 14 ਸਾਲ ਘਰੇ ਰਹਿਣ ਤੋਂ ਬਾਅਦ ਜੌਬ ਸ਼ੁਰੂ ਕੀਤੀ। ਅਤੇ ਜਿਵੇਂ ਆਪਣੇ ਗਵਰਨਮੈਂਟ ਜੌਬ ਅਪੀਅਰ ਕਰਨ ਦਾ ਆਖਰੀ ਸਾਲ ਹੁੰਦਾ, ਤੁਸੀਂ 37ਵੇਂ ਸਾਲ ਤੋਂ ਬਾਅਦ ਜਾ ਕੇ ਜੌਬ ਦੇ ਲਈ ਅਪੀਅਰ ਨਹੀਂ ਕਰ ਸਕਦੇ, ਤੇ ਉਹਨੇ ਆਪਣੇ ਉਹ 37ਵੇਂ ਸਾਲ ਦਾ ਵੀ ਪੂਰਾ ਲਾਹਾ ਚੁੱਕਿਆ ਅਤੇ ਉਹਨੇ ਗਵਰਨਮੈਂਟ ਜੌਬ ਦੇ ਲਈ ਵੀ ਅਪਲਾਈ ਕੀਤਾ। ਭੈਣ ਰੁਪਿੰਦਰ ਸੰਧੂ ਉਹਨਾਂ ਦੀ ਅਸੀਂ ਗੱਲ ਕਰਦੇ ਹਾਂ ਤੇ ਅੱਜ ਦਾ ਵਿਸ਼ਾ ਸਾਡਾ ਇਹੀ ਹੋਣ ਵਾਲਾ। ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਗੁਰਦੀਪ। ਕਿਵੇਂ ਲੱਗ ਰਿਹਾ ਸੀ ਤੁਹਾਨੂੰ ਆਪਣੇ ਬਾਰੇ ਸੁਣ ਕੇ? ਮੈਨੂੰ ਵਧੀਆ ਲੱਗ ਰਿਹਾ ਸੀ, ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਇਹ ਗੱਲ ਜਿਹੜੀ ਸ਼ੁਰੂ ਤੋਂ ਆ ਮੈਨੂੰ ਨਾ ਉਹ ਨਹੀਂ ਸੀ ਲੱਗਿਆ ਵੀ ਮੇਰੇ ਬਾਰੇ ਹੋ ਰਹੀ ਆ। ਪਰ ਵਧੀਆ, ਪਰ ਬਾਕੀ ਐਂ ਵੀ ਲੋਕ ਕਹਿਣਗੇ ਆਪਣੀਆਂ ਹੀ ਤਾਰੀਫਾਂ ਕਰਦੀਆਂ ਰਹਿੰਦੀਆਂ। ਨਹੀਂ, ਪਰ ਪਿਛਲੀ ਵਾਰੀ ਇੱਕ ਭੈਣ ਨੇ ਕਿਹਾ, ਕਹਿੰਦੇ ਵੀ ਤੁਸੀਂ ਜ਼ਰੂਰ ਕਰਿਆ ਕਰੋ ਕਿਉਂਕਿ ਆਪਾਂ ਐਗਜ਼ਾਮਪਲ ਹੀ ਦੇਣੀ ਹੁੰਦੀ ਹੈ। ਜੇ ਆਪਾਂ ਕਹਿੰਦੇ ਹੁੰਦੇ ਵੀ ਟਰਾਈਡ ਐਂਡ ਟੈਸਟਡ ਫਾਰਮੂਲਾ ਹੈ ਨਾ, ਜੋ ਆਪਾਂ ਆਪਣੀ ਜੇ ਦੇਵਾਂਗੇ ਤਾਂ ਸ਼ਾਇਦ ਲੋਕਾਂ ਨੂੰ ਜ਼ਿਆਦਾ ਸੱਚੀ ਲੱਗੂਗੀ, ਹੈ ਨਾ। ਭੈਣੇ ਤੁਸੀਂ ਕਿਵੇਂ ਸੋਚਿਆ ਕਿ ਮੈਂ ਹੁਣ ਜਦੋਂ ਦੇਖਦੀ ਹਾਂ ਮੇਰੇ ਕੋਲ ਸ਼ਾਇਦ ਜੌਬ ਲਈ ਵੀ ਮਸਾਂ ਟਾਈਮ ਬਚਦਾ ਜਦੋਂ ਮੇਰੀ ਬੇਟੀ ਹੋਈ ਆ, ਹੈ ਨਾ, ਤਾਂ ਉਸ ਤੋਂ ਬਾਅਦ ਆਪਦੇ ਲਈ ਤਾਂ ਬਿਲਕੁਲ ਸਮਾਂ ਨਹੀਂ ਹੁੰਦਾ। ਤੁਸੀਂ ਵਿਆਹ ਤੋਂ ਬਾਅਦ ਕਿਵੇਂ ਇੰਨਾ ਸਾਰਾ ਕੁਝ ਮੈਨੇਜ ਕੀਤਾ? ਵੀ ਬੱਚੇ ਹੋਣ ਤੋਂ ਬਾਅਦ ਤੁਸੀਂ ਆਪਣੀ MA ਵੀ ਕੀਤੀ, ਫਿਰ ਉਸ ਤੋਂ ਬਾਅਦ ਤੁਸੀਂ B.Ed ਵੀ ਕੀਤੀ। ਗੁਰਦੀਪ, ਮੈਨੂੰ ਲੱਗਦਾ ਹੁੰਦਾ ਵੀ ਜਦੋਂ ਤੁਸੀਂ ਸ਼ੁਰੂ ਤੋਂ ਨਾ ਬਚਪਨ ਤੋਂ ਇੱਕ ਚੀਜ਼ ਲੈ ਕੇ ਪੈਦਾ ਹੁੰਦੇ ਹੋ ਵੀ ਮੈਂ ਸਿਰਫ ਇਸ ਚੀਜ਼ ਲਈ ਪੈਦਾ ਹੋਇਆ, ਹੈ ਨਾ। ਜਦੋਂ ਮੈਂ ਪੜ੍ਹਨਾ ਸ਼ੁਰੂ ਕੀਤਾ ਸੀਗਾ, ਜਦੋਂ ਮੈਂ 10th ਤੱਕ ਆਈ, ਮੈਨੂੰ ਮੇਰੇ ਘਰ ਦੇ ਵੀ ਉਦੋਂ ਕਹਿੰਦੇ ਹੁੰਦੇ ਸੀ ਵੀ ਤੂੰ ਘਰ 'ਚ ਮਤਲਬ ਸਾਰੇ ਬੱਚਿਆਂ ਨਾਲੋਂ ਜ਼ਿਆਦਾ ਇੰਟੈਲੀਜੈਂਟ ਆ ਨਾ। ਮੈਂ ਕਈ ਵਾਰੀ ਬਹੁਤ ਗਰਮੀ ਹੋਣੀ, ਲਾਈਟ ਚਲੀ ਜਾਣਾ, ਤਾਂ ਮੈਂ ਉਦੋਂ ਵੀ ਮਤਲਬ ਅੰਦਰ ਬੈਠ ਕੇ ਕੁਛ ਨਾ ਕੁਛ ਪੜ੍ਹਦੇ ਰਹਿਣਾ। ਉਹ ਇਹ ਨਹੀਂ ਸੀ ਵੀ ਸਾਰਾ ਦਿਨ ਮੈਂ ਕਿਤਾਬਾਂ ਹੀ ਪੜ੍ਹਦੀ ਰਹਿੰਦੀ। ਉਸ ਉਮਰ 'ਚ ਮੈਨੂੰ ਅਖਬਾਰ ਪੜ੍ਹਨ ਦਾ ਬਹੁਤ ਸ਼ੌਂਕ ਹੁੰਦਾ ਸੀ ਨਾ, ਜਾਂ ਜਿੱਥੋਂ ਵੀ ਕੋਈ ਕਟਿੰਗ ਕਿਤੋਂ ਮਿਲ ਜਾਣੀ ਉਹ ਪੜ੍ਹਨੀ ਸ਼ੁਰੂ ਕਰ ਦੇਣੀ। ਮੇਰੇ ਨਾਨਾ ਜੀ ਸੀ, ਉਹਨਾਂ ਨੇ ਮੈਨੂੰ ਯਾਦ ਆ ਵੀ ਸਾਰੇ ਬੱਚਿਆਂ 'ਚੋਂ ਮੈਨੂੰ ਬੁਲਾ ਕੇ ਕਹਿਣਾ ਵੀ ਤੂੰ ਅਖਬਾਰ ਪੜ੍ਹ ਕੇ ਸੁਣਾ ਜਾਂ ਤੂੰ ਇਹ ਕਿਤਾਬ ਪੜ੍ਹ ਕੇ ਸੁਣਾ, ਕਿਉਂਕਿ ਉਹਨਾਂ ਨੂੰ ਉਰਦੂ ਅਤੇ ਇੰਗਲਿਸ਼ ਆਉਂਦੀ ਸੀਗੀ, ਪੰਜਾਬੀ ਨਹੀਂ ਸੀ ਆਉਂਦੀ, ਹੈ ਨਾ।
ਤੇ ਉਹੀ ਮੈਨੂੰ ਮਤਲਬ +2 ਤੱਕ ਵੀ ਐਵੇਂ ਹੀ ਰਿਹਾ। ਉਸ ਤੋਂ ਅੱਗੇ ਵੀ ਮੈਨੂੰ ਹੁੰਦਾ ਸੀਗਾ ਵੀ ਮੈਂ ਟੀਚਰ ਬਣਨ ਲਈ ਪੈਦਾ ਹੋਈ ਹਾਂ, ਹਨਾ, ਵੀ ਮੈਂ ਨਿਆਣਿਆਂ ਨੂੰ ਪੜ੍ਹਾਉਂਗੀ ਤੇ ਉਹ ਸਾਰੀਆਂ ਗੱਲਾਂ ਦੱਸਿਆ ਕਰੂੰਗੀ ਵੀ ਜਿਹੜੀਆਂ ਇਸ ਉਮਰ 'ਚ ਮੈਂ ਸੋਚਦੀ ਹਾਂ ਵੀ ਸਾਨੂੰ ਕੋਈ ਦੱਸਦਾ ਨਹੀਂ ਹੈਗਾ। ਤਾਂ ਜਦੋਂ ਮੈਂ ਪੋਸਟ ਗ੍ਰੈਜੂਏਸ਼ਨ ਕਰ ਰਹੀ ਸੀ ਫਸਟ ਈਅਰ 'ਚ, ਉਸ ਟਾਈਮ ਮੇਰਾ ਵਿਆਹ ਹੋ ਗਿਆ, ਹਨਾ, ਤੇ ਮੈਨੂੰ ਬੜਾ ਲੱਗਿਆ, ਹਨਾ, ਵੀ ਮੈਂ ਮਤਲਬ ਮੈਨੂੰ ਲੋਕਾਂ ਨੇ ਕਹਿਣਾ ਸੀ ਵੀ ਇਹ ਪੋਸਟ ਗ੍ਰੈਜੂਏਟ ਆ, ਵੀ ਮੈਂ ਗ੍ਰੈਜੂਏਟ ਹੀ ਰਹਿ ਗਈ, ਹਨਾ। ਤਾਂ ਫਿਰ ਮੈਂ ਜਦੋਂ ਗੁਰਨੂਰ ਹੋਣ ਵਾਲੀ ਸੀਗੀ, ਹਨਾ, ਤਾਂ ਉਦੋਂ ਮੈਂ ਅਪਲਾਈ ਕੀਤਾ ਪੇਪਰ ਲਈ, ਤੇ ਉਹ ਮੇਰਾ ਪਤਾ ਨਹੀਂ ਕੀ ਚੱਕਰ ਬਣਿਆ, ਯੂਨੀਵਰਸਿਟੀ ਨੇ ਅਪਰੂਵ ਨਹੀਂ ਕੀਤਾ, ਕੋਈ ਗਲਤੀ ਰਹਿ ਗਈ, ਹਨਾ। ਫਿਰ ਗੁਰਨੂਰ ਦੇ ਹੋਣ ਤੋਂ ਬਾਅਦ ਮੈਂ ਨੈਕਸਟ ਈਅਰ ਹੀ ਫਿਰ ਪੋਸਟ ਗ੍ਰੈਜੂਏਸ਼ਨ ਲਈ ਉਹ ਕੀਤਾ, ਫਾਰਮ ਭਰਿਆ, ਤਾਂ ਮੈਂ ਮਤਲਬ ਪੇਪਰ ਦਿੱਤੇ, ਹਨਾ। ਤੇ ਪੇਪਰਾਂ ਤੋਂ ਬਾਅਦ ਜਦੋਂ ਮੇਰਾ ਰਿਜ਼ਲਟ ਆਇਆ ਤਾਂ ਉਹਨਾਂ ਨੇ ਮੈਨੂੰ ਇੱਕ ਪੇਪਰ 'ਚੋਂ ਸਿਰਫ 27 ਨੰਬਰ ਦਿੱਤੇ, ਤੇ ਬਾਕੀਆਂ 'ਚੋਂ ਸਾਰਿਆਂ 'ਚੋਂ ਮੈਂ 100 'ਚੋਂ 76 74 ਲੈ ਕੇ, ਹਨਾ, ਅਪੀਅਰ ਹੋਈ। ਤਾਂ ਮੈਨੂੰ ਲੱਗਿਆ ਵੀ ਮੈਂ ਤਾਂ ਕਦੀ ਕਿਸੇ ਕਲਾਸ 'ਚੋਂ ਸੈਕਿੰਡ ਨਹੀਂ ਆਈ, ਵੀ ਮੇਰੇ ਨਾਲ ਇਹ ਕੀ ਹੋਇਆ, ਹਨਾ। ਤਾਂ ਮੈਂ ਘਰਦਿਆਂ ਨੂੰ ਕਿਹਾ ਵੀ ਇਹਦੀ ਰੀਚੈਕਿੰਗ ਭਰੋ, ਵੀ ਇਹ ਪੇਪਰ ਮੇਰਾ ਸਭ ਤੋਂ ਵਧੀਆ ਹੋਇਆ ਸੀ। ਤੇ ਜਦੋਂ ਮੈਂ ਰੀਚੈਕਿੰਗ ਲਈ ਅਪਲਾਈ ਕੀਤਾ ਤਾਂ ਮੇਰੇ ਉਹ 'ਚੋਂ ਹਾਈਐਸਟ ਸਕੋਰ ਸੀਗਾ ਉਸ ਪੇਪਰ 'ਚੋਂ, ਹਨਾ। ਫਿਰ ਮੈਨੂੰ ਲੱਗਿਆ ਵੀ ਜੇ ਮੈਂ ਮਤਲਬ ਨਿਆਣੇ ਤੋਂ ਬਾਅਦ ਇੰਨੇ ਚੰਗੇ ਸਕੋਰ ਨਾਲ, ਹਨਾ, ਪੋਸਟ ਗ੍ਰੈਜੂਏਸ਼ਨ ਕਰ ਸਕਦੇ ਹਾਂ, ਤਾਂ ਮੈਨੂੰ ਅੱਗੇ ਕੁਝ ਹੋਰ ਕਰਨਾ ਚਾਹੀਦਾ। ਫਿਰ ਮੈਂ ਸੋਸ਼ੀਓਲੋਜੀ ਦੀ MA ਲਈ ਅਪਲਾਈ ਕੀਤਾ, ਹਨਾ। ਉਹਦੇ ਲਈ ਫਾਰਮ ਭਰਿਆ ਤਾਂ ਉਹ ਯੂਨੀਵਰਸਿਟੀ ਨੇ, ਮੈਂ ਪੰਜਾਬ ਯੂਨੀਵਰਸਿਟੀ 'ਚ ਪੜ੍ਹੀ ਸੀ ਸ਼ੁਰੂ ਤੋਂ, ਤਾਂ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਨੇ ਕਹਿਤਾ ਵੀ ਤੁਸੀਂ ਮਾਈਗ੍ਰੇਸ਼ਨ ਕਰਵਾਓ, ਹਨਾ। ਪਰ ਮੈਂ ਕਿਹਾ ਮਾਈਗ੍ਰੇਸ਼ਨ ਦੇ ਚੱਕਰਾਂ 'ਚ ਪੈਣ ਨਾਲੋਂ ਮੈਂ B.Ed ਕਰੂੰਗੀ, ਹਨਾ। ਤਾਂ ਉਹ ਫਿਰ ਐਂ ਜਿਵੇਂ 2-3 ਸਾਲ ਤੁਸੀਂ ਛੋਟਾ ਨਿਆਣਾ ਹੁੰਦਾ ਉਹਨੂੰ ਸੰਭਾਲਦੇ ਕੱਢ ਦਿੰਦੇ ਹੋ। ਫਿਰ ਜਦੋਂ ਮਹਿਤਾਬ ਹੋਇਆ, ਹਨਾ, ਉਸ ਤੋਂ ਪਹਿਲਾਂ ਮੈਂ ਮਤਲਬ B.Ed ਕਲੀਅਰ ਕੀਤੀ 2013 'ਚ ਆਪਣੀ, ਹਨਾ। ਉਹ ਵੀ ਬਹੁਤ ਚੰਗੇ ਸਕੋਰ ਨਾਲ ਮੇਰੀ ਵਧੀਆ ਕਲੀਅਰ ਹੋ ਗਈ। ਤਾਂ ਜਦੋਂ ਮੈਂ ਇੰਨੇ ਸਾਲ ਘਰੇ ਰਹੀ ਤੇ ਆਪਦੇ ਬਾਰੇ ਤੁਸੀਂ ਕਿਸੇ ਤੋਂ ਸੁਣਦੇ ਰਹਿੰਦੇ ਹੋ, ਹਨਾ। ਤੁਹਾਨੂੰ ਵੀ ਯਾਦ ਹੋਊ ਜਦੋਂ ਆਪਾਂ ਪਹਿਲੀ ਵਾਰੀ ਮਿਲੇ ਸੀ ਤਾਂ ਸੋਨਪ੍ਰੀਤ ਨੇ ਮੇਰੇ ਬਾਰੇ ਤੁਹਾਨੂੰ ਕੁਝ ਕੁ ਗੱਲਾਂ ਦੱਸੀਆਂ ਸੀ, ਹਨਾ। ਮੈਨੂੰ ਯਕੀਨ ਨਹੀਂ ਸੀ ਹੋ ਰਿਹਾ ਵੀ ਇਹ ਗੱਲ ਸੱਚੀ ਮੇਰੇ ਬਾਰੇ ਹੋ ਰਹੀ ਹੈ, ਹਨਾ। ਫਿਰ ਮੈਨੂੰ ਲੱਗਿਆ ਵੀ ਯਾਰ ਜਦੋਂ ਤੁਸੀਂ ਆਪਣੇ ਸਕੂਲ 'ਚ ਇੰਨਾ ਵਧੀਆ ਅਚੀਵਮੈਂਟਸ ਹੋਣ, ਤੁਹਾਡੀਆਂ ਕਾਲਜ 'ਚ ਹੋਣ। ਮੈਨੂੰ ਯਾਦ ਆ 2019 ਦੇ ਵਿੱਚ ਮੈਂ ਆਪਣੇ AS ਕਾਲਜ ਖੰਨਾ, ਜਿੱਥੋਂ ਮੈਂ ਪੜ੍ਹੀ, ਉੱਥੇ ਗਈ ਸੀਗੀ, ਤੇ ਮੇਰਾ ਕੋਈ ਪੇਪਰ ਰਹਿੰਦਾ ਸੀ ਉੱਥੋਂ ਲੈਣ ਲਈ। ਤਾਂ ਉਹਨਾਂ ਨੇ ਜਦੋਂ ਮੈਂ ਗਈ ਆਪਣੇ ਪ੍ਰੋਫੈਸਰ ਨੂੰ ਮਿਲੀ ਜਾ ਕੇ, ਹਨਾ, ਉਹ ਕਹਿੰਦੇ ਵੀ ਜ਼ਿੰਦਗੀ ਦੇ ਵਿੱਚ ਮੇਰਾ ਪਹਿਲਾ ਤਜਰਬਾ ਵੀ ਮੇਰਾ ਕੋਈ ਸਟੂਡੈਂਟ ਆਇਆ ਤਾਂ ਮੈਂ ਆਪਣੀ ਕੁਰਸੀ ਉਹਦੇ ਲਈ ਛੱਡ ਰਹੀ ਹਾਂ, ਹਨਾ। ਤੇ ਉਹਨਾਂ ਨੇ ਜਦੋਂ ਮੈਨੂੰ ਸਟੂਡੈਂਟਸ ਨਾਲ ਇੰਟਰੋਡਿਊਸ ਕਰਵਾਇਆ ਵੀ ਇਹ ਸਾਡੀ ਇੰਨੀ ਬ੍ਰਿਲੀਅੰਟ ਸਟੂਡੈਂਟ ਸੀਗੀ, ਹਨਾ। ਉਹ ਮੇਰੇ ਮੈਮ ਪ੍ਰਭ ਗੁਰਨਾ ਹੁਣ ਵੀ ਮੇਰੇ ਨਾਲ ਫੇਸਬੁੱਕ ਤੇ ਐਡ ਨੇ, ਹਨਾ। ਤਾਂ ਉਹ ਪਲ ਮੈਨੂੰ ਐ ਸੀਗੀ ਵੀ ਸੱਚੀ ਅਸੀਂ ਇੰਨੇ ਵਧੀਆ ਹੋ ਕੇ ਮਤਲਬ ਮੈਂ ਕਿਸੇ ਜਗ੍ਹਾ ਵੀ ਨਹੀਂ ਪਹੁੰਚੀ, ਹਨਾ। ਫਿਰ ਮੈਨੂੰ ਲੱਗਿਆ ਵੀ ਨਹੀਂ, ਕਿੰਨੇ ਲੋਕ ਤੁਹਾਨੂੰ ਕਿੰਨੇ ਫਕਰ ਨਾਲ ਯਾਦ ਕਰਦੇ ਆ। ਫਿਰ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਵੀ ਮੇਰਾ ਅਖੀਰਲਾ ਸਾਲ ਆ ਤੇ ਇੰਨੇ ਸਾਲਾਂ 'ਚ ਮੈਂ ਕਦੀ ਗਵਰਨਮੈਂਟ ਜੋਬ ਲਈ ਨਹੀਂ ਅਪਲਾਈ ਕੀਤਾ, ਤੇ ਹੁਣ ਮੇਰੇ ਤੁਸੀਂ ਫਾਰਮ ਭਰੋ, ਹਨਾ। ਉਹਦੇ ਤੋਂ ਇਲਾਵਾ ਮੈਂ ਨਾ ਜਦੋਂ ਇੱਕ ਹੋਰ ਡਿਪਲੋਮਾ ਕੀਤਾ ਹੋਇਆ ਸੀ ਇਹਨਾਂ ਸਾਰੀਆਂ ਪੜ੍ਹਾਈਆਂ ਤੋਂ ਬਾਅਦ, ਫਿਰ ਮੈਂ ਉਹਦਾ ਵੀ ਫਾਰਮ ਮਤਲਬ ਭਰਿਆ ਵੀ ਮੈਂ ਉਹ ਜੋਬ ਲਈ ਵੀ ਅਪੀਅਰ ਕਰਨਾ, ਉਹ ਜਦੋਂ ਵੀ ਉਹਦਾ ਐਂਟਰੈਂਸ ਆਇਆ। ਫਿਰ ਮੈਂ ਹੁਣ ਇਹ ਜਿਹੜੀ ਹੁਣ ਮੈਂ ਜਿਹਦੇ ਲਈ ਤਿਆਰੀ ਕਰ ਰਹੀ ਹਾਂ, ਹਨਾ, ਉਹ ਵੀ ਕੀਤਾ। ਤੇ ਮੈਨੂੰ ਐਂ ਲੱਗਦਾ ਵੀ ਸੱਚੀ ਜਿੱਦਣ ਮੈਨੂੰ ਇਹ ਜੋਬ ਮਿਲ ਜੂਗੀ, ਹਨਾ, ਫਿਰ ਮੈਨੂੰ ਲੱਗੂਗਾ ਵੀ ਹਾਂ ਜਿਹੜਾ ਉਹ ਇੰਨੇ ਸਾਲਾਂ ਦਾ ਸਫ਼ਰ ਆ, ਸੱਚੀ ਮੈਂ ਕਿਸੇ ਨੂੰ ਕਹਿ ਸਕੂੰਗੀ ਵੀ ਹਾਂ ਉਹ ਮੈਨੂੰ ਹੁਣ ਕੰਪਲੀਟ ਲੱਗਿਆ, ਹਨਾ। ਚਲੋ ਮਿਲਣੀ ਨਾ ਮਿਲਣੀ ਉਹ ਹੋਰ ਗੱਲ, ਪਰ ਮੈਂ ਚਾਹੁੰਦੀ ਆ ਵੀ ਇਹ ਟਰਾਇਲ ਵੀ ਇੱਕ ਵਾਰੀ ਹਾਂ ਕੋਸ਼ਿਸ਼ ਤਾਂ ਕੀਤੀ ਹੈ ਨਾ। ਹੋਰ ਤੁਸੀਂ ਜਦੋਂ 40 ਦੇ ਹੋ ਜਾਵੋ ਜਾਂ 40 ਤੋਂ ਉੱਪਰ ਹੋ ਜਾਓ ਤਾਂ ਸੋਚੋ ਵੀ ਇੱਕ ਵਾਰੀ ਮੈਂ ਟਰਾਈ ਤਾਂ ਕਰ ਹੀ ਸਕਦੀ ਸੀਗੀ, ਹਨਾ। ਵੀ ਮੈਨੂੰ ਪਤਾ ਵੀ ਸੀਗਾ ਵੀ ਮੇਰੇ ਕੋਲ 1 ਸਾਲ ਹੈਗਾ। ਪਰ ਜਿਵੇਂ ਜਦੋਂ ਮੇਰੀ ਬੇਟੀ ਹੋਈ ਆ, ਹਨਾ, ਤਾਂ ਮੈਂ 2.5 ਮਹੀਨੇ ਆਪਣੀ ਮੈਟਰਨਿਟੀ ਜਦੋਂ ਲਈ ਤਾਂ ਮੈਨੂੰ 2.5 ਮਹੀਨਿਆਂ 'ਚ ਹੀ ਐਂ ਲੱਗਣ ਲੱਗ, ਜਦੋਂ ਮੈਂ ਉਹ 2.5 ਮਹੀਨੇ ਹੋਈ ਤਾਂ ਮੈਂ ਦੁਬਾਰਾ ਮਤਲਬ ਰੀਜੁਆਇਨ ਕੀਤਾ ਦੁਬਾਰਾ ਜਦੋਂ ਆਪਣੀ ਜੋਬ ਸ਼ੁਰੂ ਕੀਤੀ, ਤਾਂ ਮੇਰਾ ਕੌਨਫੀਡੈਂਸ ਉਦੋਂ ਘਟ ਗਿਆ ਸੀ ਪਹਿਲਾਂ ਨਾਲੋਂ, ਹਨਾ। ਮੈਂ ਜਦੋਂ ਕਾਨਫਰੰਸ ਸੀਗੀ ਕਿਸੇ ਫਿਲਮ ਦੀ, ਉੱਥੇ ਜਾ ਕੇ ਜਦੋਂ ਸਾਰੀ ਮੀਡੀਆ ਨੂੰ ਮਿਲੀ, ਹਨਾ, ਦੁਬਾਰਾ ਜਾਂ ਫੇਸ ਕੀਤਾ, ਜਾਂ ਜਦੋਂ ਮੈਂ ਉਹ ਕਾਨਫਰੰਸ ਕਵਰ ਕਰਨੀ ਸੀ ਤੇ ਮੈਨੂੰ ਐਂ ਲੱਗੀ ਜਾਂਦਾ ਸੀ ਵੀ ਮੈਂ ਇਹ ਕਰ ਲੂੰਗੀ, ਹਨਾ। 2.5 ਮਹੀਨਿਆਂ ਨੇ ਮੇਰਾ ਹੌਸਲਾ ਜਾਂ ਮੇਰਾ ਸੈਲਫ ਕੌਨਫੀਡੈਂਸ ਆ ਇੰਨਾ ਘੱਟ ਕਰਤਾ ਸੀ। ਪਰ ਫਿਰ ਇਹ ਕਿਵੇਂ ਹੋ ਸਕਦਾ ਵੀ ਤੁਸੀਂ 11 ਸਾਲਾਂ ਬਾਅਦ, ਜਾਂ ਕਦੇ ਜੋਬ ਕੀਤੀ ਹੋਈ ਨਹੀਂ ਸੀ, ਪਰ ਫਿਰ ਤੁਸੀਂ ਵਿਆਹ ਦੇ 11 ਸਾਲਾਂ ਬਾਅਦ ਜਾਂ ਪੜ੍ਹਾਈ ਨਾਲੋਂ ਲਿੰਕ ਟੁੱਟਿਆ ਰਿਹਾ ਤੁਹਾਡਾ, ਫਿਰ ਤੁਸੀਂ ਸੋਚਿਆ ਮੈਂ ਜੋਬ ਸ਼ੁਰੂ ਕਰ ਲਾਂ, ਵੀ ਉਹ ਵੀ ਮੀਡੀਆ 'ਚ ਆ ਜਾਵਾਂ ਮੈਂ। ਗੁਰਦੀਪ, ਇੱਕ ਵਾਰੀ ਅਸੀਂ ਮਤਲਬ ਮੈਂ ਦਰਾਹੇ ਕਾਲਜ ਪੜ੍ਹਦੀ ਸੀਗੀ, ਉੱਥੇ ਮਤਲਬ ਇੱਕ ਇਹ ਸੀਗਾ ਵੀ ਜਿਵੇਂ ਤੁਹਾਨੂੰ ਨਾ ਅਲੱਗ ਪਹਿਚਾਨਣ ਲੱਗ ਜਾਂਦੇ ਨੇ ਸਾਰੇ, ਹਨਾ। ਕਿਉਂਕਿ ਅਸੀਂ ਥੀਏਟਰ ਵੀ ਕਰਦੇ ਸੀਗੇ, ਮੈਂ ਬਹੁਤ
ਡੈਕਲਾਮੇਸ਼ਨ ਦੇ ਬਹੁਤ ਸਾਰੇ ਕੰਪੀਟੀਸ਼ਨ ਜਿੱਤੇ ਹੈ ਨਾ। ਡਿਬੇਟ ਦੇ ਵਿੱਚ ਮੇਰੇ ਨਾਲ ਇੱਕ ਮੇਰੀ ਫਰੈਂਡ ਹੁੰਦੀ ਸੀ ਵੀਨਸ, ਸਾਡੀ ਟੀਮ ਹੁੰਦੀ ਸੀ ਵੀ ਜਿਹੜੀ ਪਤਾ ਹੁੰਦਾ ਸੀ ਵੀ ਜੇ ਲੁਧਿਆਣਾ ਡਿਸਟ੍ਰਿਕਟ ਦੇ ਕਿਸੇ ਕੰਪੀਟੀਸ਼ਨ 'ਚ ਦੋਨੋਂ ਕੁੜੀਆਂ ਆਉਣਗੀਆਂ ਤਾਂ ਪ੍ਰਾਈਜ਼ ਆ ਜਿਹੜਾ ਇਹਨਾਂ ਨੂੰ ਹੀ ਜਾਊਗਾ ਹੈ ਨਾ। ਅਤੇ ਉੱਥੇ ਮਤਲਬ ਇੱਕ ਟੌਪਿਕ 'ਤੇ ਗੱਲ ਹੋਈ ਅਤੇ ਸਾਡੇ ਸੀਨੀਅਰ ਪ੍ਰੋਫੈਸਰ ਸੀਗੇ, ਉਹ ਉਸ ਟੌਪਿਕ 'ਤੇ ਗੱਲ ਕਰ ਰਹੇ ਸੀ ਅਤੇ ਉਹਨਾਂ ਨੇ ਕਿਹਾ ਕਿ ਸਟੂਡੈਂਟ ਆ ਕੇ ਕੁਛ ਕਹਿਣਾ ਚਾਹੁੰਦਾ। ਅਤੇ ਸੋਮਪਾਲ ਹੀਰਾ ਸਰ ਸਾਡੇ, ਜਿਨ੍ਹਾਂ ਦੀ ਮੈਂ ਇੰਟਰਵਿਊ ਵੀ ਕੀਤੀ ਬਾਅਦ 'ਚ, ਉਹ ਕਹਿੰਦੇ ਵੀ ਮੈਨੂੰ ਪਤਾ ਹੁੰਦਾ ਸੀ ਵੀ ਜਿੰਨੀ ਮਰਜ਼ੀ ਮਤਲਬ ਗੱਲ ਹੋਵੇ ਵੱਡੀ, ਵੀ ਸਿਰਫ ਅਤੇ ਸਿਰਫ ਰੁਪਿੰਦਰ ਆ ਕੇ ਸਟੇਜ 'ਤੇ ਇਸ ਚੀਜ਼ ਬਾਰੇ ਬੋਲੂਗੀ ਹੈ ਨਾ। ਅਤੇ ਸੱਚੀ ਮਤਲਬ ਮੈਨੂੰ ਕਦੀ ਡਰ ਨਹੀਂ ਸੀ ਲੱਗਿਆ ਵੀ ਮੈਂ ਚਾਹੇ ਉਹ ਕਿਸੇ ਦੇ ਵੀ ਖਿਲਾਫ ਗੱਲ ਕਰਨੀ ਹੋਣੀ ਤਾਂ ਮੈਂ ਸਟੇਜ 'ਤੇ ਜਾ ਕੇ ਕਹਿ ਦੇਣਾ ਵੀ ਆਹ ਚੀਜ਼ਾਂ ਸਾਨੂੰ ਬੁਰੀਆਂ ਲੱਗਦੀਆਂ ਨੇ ਹੈ ਨਾ, ਜਾਂ ਕਾਲਜ 'ਚ ਜਾਂ ਕਿਤੇ ਵੀ। ਤਾਂ ਜਦੋਂ ਮੈਂ ਉਹ ਚੀਜ਼ਾਂ ਆਪਦੇ ਬਾਰੇ ਸੋਚਦੀ ਹੁੰਦੀ ਸੀਗੀ ਵੀ ਮੈਂ ਉਹੀ ਹਾਂ ਮਤਲਬ ਹੈ ਨਾ, ਮੈਂ ਆਪਣੇ ਬਾਰੇ ਬੈਠੇ ਸੋਚੀ ਜਾਣਾ ਵੀ ਮੈਨੂੰ ਇੰਨਾ ਤਰੀਕੇ ਨਾਲ ਮਤਲਬ ਸਾਰੇ ਯਾਦ ਕਰਦੇ ਨੇ ਵੀ ਰੁਪਿੰਦਰ ਤੂੰ ਐਂ ਕਰਦੀ ਹੁੰਦੀ ਸੀ, ਤੂੰ ਐਂ ਕਰਦੀ ਸੀ, ਵੀ ਮੈਨੂੰ ਲੱਗਣ ਲੱਗ ਗਿਆ ਸੀ ਵੀ ਉਹ ਇੱਕ ਅਲੱਗ ਕੁੜੀ ਦੀਆਂ ਗੱਲਾਂ ਕਰਦੇ ਨੇ ਹੈ ਨਾ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਰਾਜਸਥਾਨ ਤੱਕ ਇਕੱਲੀ ਜਾਂਦੀ ਹੁੰਦੀ ਸੀਗੀ। ਮੇਰੇ ਡੈਡੀ ਨੇ ਕਹਿਣਾ ਜਦੋਂ ਮੈਂ ਰਾਜਸਥਾਨ ਪੜ੍ਹਦੀ ਸੀ ਵੀ ਤੈਨੂੰ ਕੀ ਹੋਣ ਲੱਗਿਆ, ਤੂੰ ਇੰਨੀ ਸਟਰੋਂਗ ਆ, ਤੂੰ ਮੁੰਡਿਆਂ ਵਰਗੀਆਂ ਗੱਲਾਂ ਕਰਦੀਆਂ। ਅਤੇ ਫਿਰ ਮੈਨੂੰ ਕਦੀ ਉਹ ਵੀ ਟਾਈਮ ਯਾਦ ਆਇਆ ਵੀ ਜਦੋਂ ਮੈਨੂੰ ਇਹ ਵੀ ਨਹੀਂ ਸੀ ਪਤਾ ਵੀ ਪਟਿਆਲੇ ਤੋਂ ਮੋਹਾਲੀ ਤੱਕ ਦਾ ਕਿਰਾਇਆ ਕਿੰਨਾ ਹੈ ਨਾ। 14 ਸਾਲ ਦਾ ਸਫ਼ਰ ਮੈਂ ਘਰਦਿਆਂ ਨਾਲ ਐਵੇਂ ਤੈਅ ਕੀਤਾ ਕਿ ਸਬਜ਼ੀ ਲੈਣ ਵੀ ਮੈਂ ਘਰਦਿਆਂ ਨਾਲ ਜਾਣਾ ਹੈ ਨਾ, ਕਿਤੇ ਵੀ ਜਾਣਾ। ਮਤਲਬ ਮੈਂ ਉਹ ਜ਼ਿੰਦਗੀ ਨੂੰ ਬਿਲਕੁਲ ਸੈਪਰੇਟ ਕਰਤਾ ਆਪਣੇ ਆਪ ਨਾਲੋਂ ਹੈ ਨਾ। ਫਿਰ ਉਹ ਚੀਜ਼ਾਂ ਨਾ ਹੌਲੀ ਹੌਲੀ ਤਾਂ ਤੁਸੀਂ ਚੰਗੀਆਂ ਸਮਝਦੇ ਹੋ ਪਹਿਲਾਂ ਪਹਿਲਾਂ ਵੀ ਹਾਂ ਮੇਰਾ ਪਰਿਵਾਰ ਆ, ਮੇਰੇ ਬੱਚੇ ਨੇ, ਮੈਂ ਇਹਨਾਂ ਦੀ ਕੇਅਰ ਕਰ ਰਹੀ ਹਾਂ ਜਾਂ ਮੈਂ ਆਪਣਾ ਘਰ ਸੰਭਾਲ ਰਹੀ ਹਾਂ। ਪਰ ਜਦੋਂ ਤੁਸੀਂ ਆਪਣੇ ਨਾਲ ਦਿਆਂ ਨੂੰ ਬਹੁਤ ਅੱਗੇ ਚਲੇ ਗਏ ਦੇਖਦੇ ਹੋ ਨਾ, ਫਿਰ ਤੁਹਾਨੂੰ ਲੱਗਦਾ ਵੀ ਮੈਂ ਹਾਲੇ ਵੀ ਉੱਥੇ ਹੀ ਖੜੀ ਹਾਂ। ਜਾਂ ਜਦੋਂ ਤੁਸੀਂ ਆਪਣੀ ਆਈਡੈਂਟੀਟੀ ਨਹੀਂ ਦੇਖ ਪਾਉਂਦੇ ਹੈਗੇ ਹੈ ਨਾ ਕਿਤੇ। ਜਦੋਂ ਟੀਵੀ 'ਤੇ ਕੋਈ ਸੀਰੀਅਲ ਚੱਲਣਾ ਮੈਨੂੰ ਲੱਗਣਾ ਵੀ ਇਸ ਤੋਂ ਵਧੀਆ ਐਕਟਿੰਗ ਤਾਂ ਮੈਂ ਕਰ ਸਕਦੀ ਹਾਂ, ਵੀ ਇਹ ਉਵੇਂ ਨਹੀਂ ਹੋਈ ਹੈ ਨਾ। ਜਦੋਂ ਕਿਸੇ ਨੇ ਕੋਈ ਗੱਲ ਕਰਨੀ ਸਟੇਜ 'ਤੇ, ਈਵਨ ਕਿ ਮੈਂ ਕਈ ਵਾਰੀ ਪੋਲੀਟੀਸ਼ੀਅਨ ਦੇ ਲੈਕਚਰ ਸੁਣਨੇ, ਮੈਨੂੰ ਲੱਗਣਾ ਯਾਰ ਇਹਨੂੰ ਇੱਥੋਂ ਗੱਲ ਸ਼ੁਰੂ ਕਰਨੀ ਚਾਹੀਦੀ ਸੀਗੀ ਹੈ ਨਾ। ਫਿਰ ਮੈਨੂੰ ਲੱਗਿਆ, ਵੈਸੇ ਮੈਂ ਨਹੀਂ ਕਹਿੰਦੀ ਵੀ ਘਰਦਿਆਂ ਨੂੰ ਮੈਨੂੰ ਕਦੀ ਇਸ ਚੀਜ਼ ਲਈ ਡੀਮੋਟੀਵੇਟ ਨਹੀਂ ਕੀਤਾ ਵੀ ਤੂੰ ਕਰ ਹੈ ਨਾ, ਵੀ ਜਾਂ ਤੂੰ ਨਾ ਕਰ। ਉਹਨਾਂ ਨੇ ਇਹ ਜ਼ਰੂਰ ਕਿਹਾ ਸੀ ਵੀ ਤੇਰੇ 'ਤੇ ਬਹੁਤ ਰਿਸਪੋਂਸੀਬਿਲਿਟੀ ਆ ਘਰ ਦੀ ਹੈ ਨਾ, ਵੀ ਸ਼ਾਇਦ ਤੂੰ ਐਡਜਸਟ ਨਾ ਕਰ ਸਕੇ, ਤੇਰੀ ਐਡਜਸਟਮੈਂਟ ਨਾ ਹੋ ਸਕੇ। ਕਿਤੇ ਕਿਤੇ ਆਪਾਂ ਨੂੰ ਵੀ ਇਹ ਮਹਿਸੂਸ ਹੋਣ ਲੱਗ ਜਾਂਦਾ ਵਾ ਹੈ ਨਾ। ਫਿਰ ਮੈਨੂੰ ਐਂ ਹੁੰਦਾ ਸੀ ਵੀ ਹਾਏ ਮੇਰੇ ਬੱਚੇ ਤਾਂ ਮੈਂ ਤਾਂ ਕਦੀ ਘੰਟੇ ਲਈ ਵੀ ਘਰੋਂ ਨਹੀਂ ਛੱਡ ਕੇ ਗਈ, ਵੀ ਇਹ ਕਿਵੇਂ ਐਡਜਸਟ ਕਰਨਗੇ। ਪਰ ਮੈਨੂੰ ਲੱਗਦਾ ਹੁੰਦਾ ਗੁਰਦੀਪ ਇਹ ਨਾ ਤੁਹਾਡਾ ਵਹਿਮ ਹੁੰਦਾ, ਅਸੀਂ ਸਮਝਣ ਲੱਗ ਜਾਂਦੇ ਹਾਂ ਵੀ ਸਾਰੀ ਦੁਨੀਆ ਸਾਡੇ 'ਤੇ ਖੜੀ ਆ, ਜਦ ਕਿ ਸਭ ਕੁਝ ਤੁਹਾਡੇ ਬਿਨਾਂ ਪੋਸੀਬਲ ਆ। ਫਿਰ ਮੈਨੂੰ ਲੱਗਿਆ ਸੀਗਾ ਵੀ ਨਹੀਂ, ਮੈਨੂੰ ਹੁਣ ਕੁਛ ਕਰਨਾ ਚਾਹੀਦਾ ਹੈ ਨਾ। ਅਤੇ ਫਿਰ ਸਾਰੇ ਕਹਿਣ ਵੀ ਲੱਗ ਗਏ ਬੱਚੇ ਵੱਡੇ ਹੋ ਗਏ, ਹੁਣ ਤੂੰ ਕਰ ਸਕਦੀ ਹੈ। ਅਤੇ ਸੱਚੀ ਹੁਣ ਆਪਾਂ ਇੱਥੇ ਬੈਠੇ ਹਾਂ ਅੱਜ, ਅਤੇ 3 ਸਾਲ ਤਕਰੀਬਨ ਹੋ ਗਏ ਨੇ ਮੈਨੂੰ ਇਸ ਮਤਲਬ ਲਾਈਨ 'ਚ ਆਏ। ਪਰ ਫਿਰ ਵੀ ਮੈਨੂੰ ਲੱਗਦਾ ਹੁੰਦਾ ਵੀ ਕਾਸ਼ ਮੈਂ 12 ਸਾਲ 14 ਸਾਲ ਪਹਿਲਾਂ ਕਰਦੀ ਤਾਂ ਸ਼ਾਇਦ ਅੱਜ ਮੈਂ ਜਿਨ੍ਹਾਂ ਲੋਕਾਂ ਨੂੰ ਹੁਣ ਅਸੀਂ ਦੇਖਦੇ ਹਾਂ ਆਪਾਂ ਉੱਥੇ ਹੁੰਦੇ ਸ਼ਾਇਦ। ਨਹੀਂ, ਪਰ ਜਿਵੇਂ ਕਹਿੰਦੇ ਹੁੰਦੇ ਨੇ ਕਿ ਬੱਬਲ ਹੁਣਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਨਾ ਬਹੁਤ ਸੋਹਣੀ ਗੱਲ ਕਹੀ ਸੀਗੀ। ਕਹਿੰਦੇ ਵੀ ਜਿਸ ਜਗ੍ਹਾ 'ਤੇ ਆਪਾਂ ਖੜੇ ਹਾਂ, ਜੇ ਆਪਾਂ ਪਿੱਛੇ ਮੁੜ ਕੇ ਦੇਖੀਏ ਆਪਣੇ ਤੋਂ ਪਿੱਛੇ ਵੀ ਬਹੁਤ ਲੋਕ ਨੇ, ਜੇ ਆਪਾਂ ਆਪਣੇ ਸਾਹਮਣੇ ਦੇਖੀਏ, ਅੱਗੇ ਦੇਖੀਏ ਤਾਂ ਆਪਣੇ ਤੋਂ ਅੱਗੇ ਵੀ ਬਹੁਤ ਨੇਗੇ ਹੈ ਨਾ। ਸੋ ਜਿੱਦਾਂ ਰਾਜਪਾਲ ਮੱਖਣੀ ਹੁਣੀ ਵੀ ਕਹਿੰਦੇ ਹੁੰਦੇ ਨੇ ਵੀ ਸਿਰਾ ਕਿਸੇ ਗੱਲ ਦਾ ਨਹੀਂ ਹੁੰਦਾ ਹੈਗਾ, ਨਾ ਇੱਧਰ ਦਾ ਨਾ ਇੱਧਰ ਦਾ ਹੈ ਨਾ। ਪਰ ਤੁਹਾਡੇ ਨਾਲ ਗੱਲ ਕਰਨ ਦਾ ਬਹਾਨਾ ਇਹ ਸੀਗਾ ਵੀ ਆਪਾਂ ਕਈ ਵਾਰੀ ਕਹਿ ਲੈਂਦੇ ਹਾਂ ਕਿ ਉਹ ਹੁਣ ਕਿੱਥੇ ਕਰਨ ਦੀ ਉਮਰ ਰਹੀ ਆ ਹੈ ਨਾ। ਚਲੋ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਵੈਸੇ ਗੱਲ ਕਰ ਰਹੇ ਸੀਗੇ ਹੈ ਨਾ ਵੀ ਜ਼ਿੰਦਗੀ ਨੂੰ ਇੰਜੋਏ ਕਰੋ, ਆਪਦੀ ਉਮਰ ਨੂੰ ਕਦੇ ਆਪਣੀ ਇੰਜੋਏਮੈਂਟ ਦੇ ਵਿੱਚ ਨਾ ਲੈ ਕੇ ਆਓ ਹੈ ਨਾ। ਪਰ ਆਪਾਂ ਕਈ ਵਾਰੀ ਜਿਵੇਂ ਹੁੰਦਾ ਵੀ ਨਹੀਂ ਹੁਣ ਤਾਂ ਉਮਰ ਲੰਘ ਗਈ, ਜੇ ਤੁਸੀਂ ਵੀ ਇਹ ਸੋਚ ਲੈਂਦੇ ਵੀ ਹੁਣ ਮੈਂ 14 ਸਾਲਾਂ ਬਾਅਦ ਕਿੱਥੇ ਜੋਬ ਕਰ ਸਕਦੀ ਹਾਂ, ਜਾਂ ਹੁਣ ਤਾਂ ਮੇਰੇ ਬੱਚੇ ਹੋ ਗਏ, ਹੁਣ ਮੈਂ ਕਿੱਥੇ ਪੜ੍ਹ ਸਕਦੀ ਹਾਂ ਨਾ। ਉਵੇਂ ਸਾਡੇ ਜਿਹੜੇ ਮੈਂ ਇੰਟਰੋਡਕਸ਼ਨ ਦੇ ਵਿੱਚ ਗੱਲ ਕੀਤੀ ਸੀ, ਸਾਡੇ ਨਾ ਗੁਆਂਢ 'ਚ ਇੱਕ ਆਂਟੀ ਰਹਿੰਦੇ ਨੇਗੇ, ਅਤੇ ਉਹ ਇੱਕ ਦਿਨ ਗੱਲ ਕਰਨ ਲੱਗ ਗਏ ਅਤੇ ਉਹਨਾਂ ਦੇ ਜਿੱਦਾਂ ਬਹੁਤ ਸਾਰੇ ਕਾਲਮਸ ਵੀ ਛਪਦੇ ਰਹੇ ਨੇ। ਅਤੇ ਉਹ ਕਹਿੰਦੇ ਮੈਂ ਨਾ ਆਪਣੀ ਗ੍ਰੈਜੂਏਸ਼ਨ ਤੋਂ 17 ਸਾਲਾਂ ਬਾਅਦ ਆਪਣੀ ਮਾਸਟਰਸ MA ਪੰਜਾਬੀ ਉਹਨਾਂ ਨੇ ਕੀਤੀ। ਕਹਿੰਦੇ ਉਦੋਂ ਮੇਰੇ ਬੱਚੇ ਸ਼ਾਇਦ ਕਹਿੰਦੇ ਇੱਕ 10ਵੀਂ 'ਚ ਸੀਗਾ, ਇੱਕ ਬੇਟੀ ਉਹਨਾਂ ਦੀ ਸ਼ਾਇਦ 12ਵੀਂ 'ਚ ਸੀਗੀ ਹੈ ਨਾ। ਫਿਰ ਉਹਨਾਂ ਨੇ ਮੈਨੂੰ ਕੁਝ ਹੋਰ ਗੱਲਾਂ ਦੱਸੀਆਂ। ਕਹਿੰਦੇ ਵੀ ਮੈਨੂੰ ਕੰਪਿਊਟਰ ਚਲਾਉਣਾ ਨਹੀਂ ਸੀ ਆਉਂਦਾ, ਅਤੇ ਉਹਨਾਂ ਦੇ ਅਨਫੋਰਚੂਨੇਟਲੀ ਉਹਨਾਂ ਦੇ ਬੇਟੇ ਦੀ ਡੈਥ ਹੋ ਗਈ ਸੀਗੀ, ਅਤੇ ਉਹਨਾਂ ਦੀ ਇੱਕੋ ਇੱਕ ਬੇਟੀ ਹੈ ਜਿਹੜੀ ਉਹ ਆਸਟ੍ਰੇਲੀਆ ਰਹਿੰਦੀ ਆ। ਕਹਿੰਦੇ ਜਦੋਂ ਉਹ ਉੱਧਰ ਗਈ ਉਦੋਂ ਕਹਿੰਦੇ ਵਟਸਐਪ ਵਗੈਰਾ ਤਾਂ ਹੁੰਦਾ ਨਹੀਂ ਸੀ, ਜੇ ਕਿਸੇ ਨੇ ਕੋਈ ਸੁਨੇਹਾ ਭੇਜਣਾ ਸੀ ਉਹ ਜਾਂ ਤਾਂ ਐਸੇ ਲੈਂਡਲਾਈਨ 'ਤੇ ਗੱਲ ਹੁੰਦੀ ਸੀ, ਜਾਂ ਕਹਿੰਦੇ ਉਹ ਈਮੇਲ ਭੇਜਦੀ ਹੁੰਦੀ ਸੀ ਗਾਹਾਂ। ਫਿਰ ਕਹਿੰਦੇ ਜਦੋਂ ਉਹਦੇ ਬੇਟੀਆਂ ਹੋਈਆਂ ਤਾਂ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਸੀ ਉਹ ਈਮੇਲ 'ਤੇ ਪਾਉਂਦੀ ਹੁੰਦੀ ਸੀਗੀ ਹੈ ਨਾ।
ਕਹਿੰਦੇ ਮੈਨੂੰ ਸੀਗਾ ਵੀ ਮੇਰੇ ਕੋਲ ਕੋਈ ਜ਼ਰੀਆ ਹੀ ਨਹੀਂ ਸੀਗਾ ਆਪਣੀਆਂ ਦੋਤੀਆਂ ਨੂੰ ਦੇਖਣ ਦਾ, ਹੈ ਨਾ। ਕਹਿੰਦੇ ਮੈਂ ਕਿਹਾ ਵੀ ਮੈਂ ਫਿਰ ਕੀ ਕਰਾਂ। ਕਹਿੰਦੇ ਫਿਰ ਸਾਡੇ ਨਾ ਘਰ ਦੇ ਨਾਲ ਇੱਕ ਕੈਫੇ ਹੁੰਦਾ ਸੀਗਾ, ਉੱਥੇ ਮੈਂ ਗਈ। ਕਹਿੰਦੇ ਉੱਥੇ ਜਾ ਕੇ ਪਹਿਲਾਂ ਮੈਂ ਕੰਪਿਊਟਰ ਨੂੰ ਦੇਖਿਆ ਪਹਿਲੀ ਵਾਰ। ਕਹਿੰਦੇ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਚਲਾਉਣਾ ਸਿਖਾਓ। ਫਿਰ ਕਹਿੰਦੇ ਮੈਂ ਆਪਣੀ ਈਮੇਲ ਆਈਡੀ ਬਣਾਈ। ਕਹਿੰਦੇ ਫਿਰ ਮੇਰੀ ਬੇਟੀ ਆਪਦੀਆਂ ਬੇਟੀਆਂ ਦੀਆਂ ਗਾਂ ਪਿਕਚਰਸ, ਕਹਿੰਦੇ ਫਿਰ ਮੈਂ ਆਪਣੀਆਂ ਦੋਤੀਆਂ ਨੂੰ ਉਹਦੇ 'ਤੇ ਦੇਖਦੀ ਹੁੰਦੀ ਸੀਗੀ, ਹੈ ਨਾ। ਤਾਂ ਉਦੋਂ ਉਹਨਾਂ ਦੀ ਉਮਰ ਮੈਨੂੰ ਲੱਗਦਾ 50 ਕੁ ਸਾਲ ਦੇ ਨੇੜੇ ਤਾਂ ਹੋਣੀ ਆ, ਹੈ ਨਾ। ਜੇ ਆਪਾਂ ਇਹ ਸੋਚ ਲੈਂਦੇ ਵੀ ਮੈਂ ਹੁਣ ਸਿੱਖ ਨਹੀਂ ਸਕਦੀ। ਕਹਿੰਦੇ ਮੈਂ ਡਰਾਈਵਿੰਗ ਵੀ ਸਿੱਖੀ ਉਸ ਉਮਰ ਦੇ ਵਿੱਚ ਜਾ ਕੇ, ਜਦੋਂ ਮੈਨੂੰ ਲੱਗਿਆ ਵੀ ਮੇਰੇ ਹਸਬੈਂਡ ਮੈਨੂੰ ਸਾਰੇ ਕਿਤੇ ਨਹੀਂ ਲੈ ਕੇ ਜਾ ਸਕਦੇ। ਕਹਿੰਦੇ ਹੁਣ ਤਾਂ ਖੈਰ ਮੈਂ ਨਹੀਂ ਚਲਾਉਂਦੀ, ਵੀ ਭੁੱਲ ਗਏ, ਪਰ ਕਹਿੰਦੇ ਮੈਂ ਡਰਾਈਵਿੰਗ ਵੀ ਸਿੱਖੀ। ਕਹਿੰਦੇ ਕੋਈ ਇੱਦਾਂ ਦਾ ਵਹੀਕਲ ਨਹੀਂ ਸੀ, ਕਹਿੰਦੇ ਮੈਂ ਮੋਟਰਸਾਈਕਲ ਵਗੈਰਾ ਸਭ ਚਲਾ ਲੈਂਦੀ ਸੀ। ਤੇ ਕਹਿੰਦੇ ਮੈਂ ਆਪਦੀ ਉਸ ਉਮਰ 'ਚ ਨਹੀਂ ਸਿੱਖਿਆ ਜਦੋਂ ਨਵਾਂ ਬੱਚਾ ਸਿੱਖਦਾ 17-18 ਸਾਲ ਦੀ ਉਮਰ ਦੇ ਵਿੱਚ। ਕਹਿੰਦੇ ਮੈਂ ਵਿਆਹ ਤੋਂ ਬਾਅਦ, ਮੇਰੀ ਬੇਟੀ ਵਿਆਹੀ ਗਈ ਸੀ, ਮੈਂ ਉਸ ਤੋਂ ਬਾਅਦ ਡਰਾਈਵਿੰਗ ਸਿੱਖੀ, ਹੈ ਨਾ। ਤੇ ਉੱਥੇ ਮੈਨੂੰ ਲੱਗਦਾ ਹੁੰਦਾ ਵਾ ਵੀ ਸਿੱਖਣ ਦੀ ਜਾਂ ਪੜ੍ਹਨ ਦੀ ਜਾਂ ਆਪਣੇ ਸੁਪਨੇ ਪੂਰੇ ਕਰਨ ਦੀ ਵੀ ਕੋਈ ਉਮਰ ਨਹੀਂ ਹੁੰਦੀ ਹੈਗੀ। ਤੁਹਾਨੂੰ ਜਦੋਂ ਸਹੀ ਲੱਗਦਾ ਜਾਂ ਜ਼ਿੰਦਗੀ 'ਚ ਕਦੇ ਵੀ ਤੁਹਾਨੂੰ ਕੋਈ ਮੌਕਾ ਮਿਲਦਾ ਜਾਂ ਤੁਹਾਡੇ ਕੋਲੇ ਸਮਾਂ ਹੈਗਾ ਤਾਂ ਤੁਸੀਂ ਜ਼ਰੂਰ ਉਹਨਾਂ ਚੀਜ਼ਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ, ਹੈ ਨਾ। ਇਹ ਨਾ ਹੋਵੇ ਵੀ ਆਪਣੇ ਲਾਸਟ ਟਾਈਮ ਜਾ ਕੇ, ਜਾਂ ਆਪਣੇ ਦਿਲ 'ਚ ਕਦੇ ਇਹ ਨਹੀਂ ਹੋਣਾ ਚਾਹੀਦਾ ਵਾ ਵੀ ਮੈਂ ਤਾਂ ਪੜ੍ਹਨਾ ਚਾਹੁੰਦੀ ਸੀਗੀ, ਹੈ ਨਾ। ਸੋ ਤੁਸੀਂ ਕਦੇ ਵੀ ਪੜ੍ਹ ਸਕਦੇ ਹੋ। ਜਿਵੇਂ ਤੁਸੀਂ ਦੱਸਦੇ ਹੁੰਦੇ ਵੀ ਬਚਿੰਤ ਕੌਰ ਉਹਨਾਂ ਨੇ ਕਿੰਨੀ ਉਮਰ ਦੇ ਵਿੱਚ ਜਾ ਕੇ ਅਮਰੀਕਾ ਤੋਂ ਉਹ PhD ਕਰਕੇ ਆਏ, ਹੈ ਨਾ। ਬਹੁਤ ਸਾਰੀਆਂ ਇੱਦਾਂ ਦੀਆਂ ਐਗਜ਼ਾਮਪਲਸ ਨੇਗੀਆਂ। ਤੁਸੀਂ ਦੇਖੋ, ਮੈਂ ਇਹੀ ਗੱਲ ਕਰਨ ਲੱਗੀ ਸੀ, ਬਚਿੰਤ ਕੌਰ ਉਹਨਾਂ ਦਾ ਵਿਆਹ ਬਹੁਤ ਛੋਟੀ ਉਮਰ 'ਚ ਹੋ ਗਿਆ ਸੀਗਾ ਨਾ, ਉਹ 13 ਸਾਲ ਦੇ ਸੀਗੇ। ਉਸ ਤੋਂ ਬਾਅਦ ਜਦੋਂ ਉਹਨਾਂ ਦੀਆਂ 2 ਬੇਟੀਆਂ ਤੇ 1 ਬੇਟਾ ਹੋਇਆ, ਤੁਸੀਂ ਮੰਨੋਗੇ ਵੀ ਉਹ ਤੇ ਉਹਨਾਂ ਦੀਆਂ ਬੇਟੀਆਂ ਇਕੱਠੇ 10th ਕਰ ਰਹੇ ਸੀਗੇ, ਹੈ ਨਾ। ਤੇ ਉਹ ਕਹਿੰਦੇ ਵੀ ਮੈਂ ਉਹਨਾਂ ਨਾਲ ਹੀ ਸਕੂਲ ਜਾਣਾ ਤੇ ਉਹਨਾਂ ਦੀ ਕਲਾਸ 'ਚ ਉਹਨਾਂ ਦੇ ਨਾਲ ਹੀ ਬੈਠਣਾ, ਹੈ ਨਾ। ਇਹ ਤਾਂ ਇਹ ਚੀਜ਼ ਆ ਵੀ ਸਿਰਫ ਇੱਕ 10ਵੀਂ ਪਾਸ ਕਰ ਲੈਣੀ, ਹੈ ਨਾ। ਉਸ ਤੋਂ ਬਾਅਦ ਤੁਸੀਂ ਸੁਣ ਕੇ ਆਪਾਂ ਨੂੰ ਹਰ ਬੰਦੇ ਨੂੰ ਹੈਰਾਨੀ ਹੁੰਦੀ ਹੈ ਵੀ 70 ਸਾਲ ਦੀ ਉਮਰ 'ਚ ਉਹਨਾਂ ਨੇ USA ਜਾ ਕੇ ਨਰਸਿੰਗ ਕੀਤੀ, ਹੈ ਨਾ। ਉਸ ਤੋਂ ਬਾਅਦ ਉਹ ਨਰਸ ਦੀ ਜੌਬ ਕਰਦੇ ਅੱਛਾ, ਮੈਂ PhD ਕੀਤਾ। ਹਾਂ ਬਿਲਕੁਲ। ਤੇ ਉਹ ਕਹਿੰਦੇ ਵੀ ਮੈਨੂੰ USA ਜਾ ਕੇ ਪਤਾ ਚੱਲਿਆ ਸੀ ਕਿ ਜ਼ਿੰਦਗੀ ਦੇ ਵਿੱਚ ਕਦੇ ਵੀ ਤੁਸੀਂ ਰੁਕ ਨਹੀਂ ਸਕਦੇ, ਹੈ ਨਾ। ਜਿੱਥੇ ਤੁਸੀਂ ਰੁਕ ਗਏ ਮਤਲਬ ਤੁਸੀਂ ਦੁਨੀਆ ਨਾਲੋਂ 19 ਸਾਲ ਪਿੱਛੇ ਰਹਿ ਗਏ। ਤਾਂ ਉੱਥੇ ਵੀ ਉਹ ਕਾਫੀ ਸਾਲ ਜੌਬ ਕਰਦੇ ਰਹੇ ਨਰਸਿੰਗ ਦੀ। ਉਸ ਤੋਂ ਬਾਅਦ ਉਹਨਾਂ ਨੇ ਆ ਕੇ, ਜਿਵੇਂ ਹੁਣ ਉਹ ਡੇਰਾ ਬਿਆਸ ਰਹਿੰਦੇ ਆ, ਹੈ ਨਾ। ਤੇ ਕਹਿੰਦੇ ਵੀ ਜਦੋਂ ਮੈਂ ਉੱਥੇ ਜੌਬ ਲਈ ਆ ਕੇ ਅਪਲਾਈ ਕੀਤਾ ਵੀ ਮੈਂ ਐਜ਼ ਅ ਨਰਸ ਇੱਥੇ ਕੰਮ ਕਰਨਾ ਚਾਹੁੰਦੀ ਹਾਂ, ਤਾਂ ਉਹ ਕਹਿੰਦੇ ਵੀ ਅਸੀਂ ਤਾਂ 58 ਸਾਲ ਦੇ ਬੰਦੇ ਨੂੰ ਰਿਟਾਇਰ ਕਰ ਦਿੰਦੇ ਹਾਂ। ਕਹਿੰਦੇ ਮੈਂ ਕਿਹਾ ਵੀ ਜਿਹੜਾ ਸਕਿੱਲ ਹੁੰਦਾ ਉਹ ਜਿਵੇਂ ਜਿਵੇਂ ਪੁਰਾਣਾ ਹੋਈ ਜਾਂਦਾ ਤੁਸੀਂ ਉਹ 'ਚ ਹੋਰ ਹੁਨਰਮੰਦ ਹੋਈ ਜਾਂਦੇ ਹੋ। ਕਹਿੰਦੇ ਵੀ ਉਹਨਾਂ ਨੂੰ ਇਹ ਚੀਜ਼ ਮੇਰੀ ਇੰਨੀ ਚੰਗੀ ਲੱਗੀ ਵੀ ਹੁਣ ਵੀ ਉਹ ਉੱਥੇ ਮਤਲਬ ਉਹਨਾਂ ਨੇ ਕਾਫੀ ਸਾਲ ਨਰਸ ਦੀ ਜੌਬ ਕੀਤੀ ਤੇ ਹੁਣ ਉਹ ਛੋਟੇ ਬੱਚੇ ਨੇ ਜਿਹੜੇ ਉਹਨਾਂ ਨੂੰ ਮਤਲਬ ਉੱਥੇ ਪੜ੍ਹਾ ਰਹੇ ਨੇ, ਹੈ ਨਾ। ਤੇ ਇਹ ਕਿੱਡੀ ਵੱਡੀ ਗੱਲ ਹੈ ਵੀ ਨਹੀਂ 70 ਸਾਲ ਦੀ ਉਮਰ 'ਚ ਤਾਂ ਤੁਸੀਂ ਸਿਰਫ ਘਰ ਦੇ ਬਜ਼ੁਰਗਾਂ ਨੂੰ ਇਹ ਸਲਾਹ ਦੇਣ ਲੱਗ ਜਾਂਦੇ ਹੋ ਵੀ ਹੁਣ ਆਹ ਇੱਕ ਕੋਨੇ 'ਚ ਕੁਰਸੀ ਆ ਜਾਂ ਮੰਜਾ, ਤੁਸੀਂ ਇਹਦੇ 'ਤੇ ਹੀ ਬੈਠੇ ਰਹੋ, ਹੈ ਨਾ। ਵੀ ਤੁਸੀਂ ਘਰ 'ਚ ਫਰਸ਼ ਲੱਗੇ ਨੇ, ਉੱਠ ਕੇ ਤੁਰੋਂਗੇ ਵੀ ਕਿਤੇ ਲੱਤ ਨਾ ਦੜਾ ਲਿਓ। ਬਿਲਕੁਲ। ਤੇ ਇੱਕ ਆਪਣੇ ਬੜੇ ਮਸ਼ਹੂਰ ਰਾਈਟਰ ਜਿਨ੍ਹਾਂ ਦੀ ਆਪਾਂ ਹਮੇਸ਼ਾ ਗੱਲ ਕਰਦੇ ਹਾਂ, ਉਹ 40 ਸਾਲ ਦੀ ਉਮਰ ਤੱਕ ਪੜ੍ਹਦੇ ਰਹੇ, ਹੈ ਨਾ। ਇਸ ਤੋਂ ਇਲਾਵਾ ਬਹੁਤ ਸਾਰੇ ਇਹੋ ਜਿਹੇ ਲੋਕ ਨੇ। ਮੇਰੇ ਨਾਲ ਇੱਕ ਮੈਡਮ ਆਉਂਦੇ ਆ, ਉਹ ਦੱਸਦੇ ਹੁੰਦੇ ਆ ਵੀ ਮੈਂ 1988 'ਚ ਜੌਬ ਜੁਆਇਨ ਕਰ ਲਈ ਸੀ 10ਵੀਂ ਪਾਸ ਕਰਕੇ, ਕਿਉਂਕਿ ਉਦੋਂ ਜੌਬ ਮਿਲ ਜਾਂਦੀ ਸੀ। ਤਾਂ ਕਹਿੰਦੇ ਵੀ ਹੁਣ ਆ ਕੇ ਮੈਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਆ, ਹੈ ਨਾ। ਕਿਉਂਕਿ ਉਦੋਂ ਮਾਹੌਲ ਇਹ ਹੁੰਦਾ ਸੀ ਵੀ ਹਰ ਕੋਈ ਬੰਦਾ ਕਹਿੰਦਾ ਸੀ ਵੀ 10ਵੀਂ ਕੀਤੀ ਆ, ਮੈਂ +2 ਕੀਤੀ ਆ। ਹੁਣ ਜਦੋਂ ਤੁਹਾਡੇ ਆਲੇ ਦੁਆਲੇ ਲੋਕ ਕਹਿੰਦੇ ਆ ਮੈਂ ਗ੍ਰੈਜੂਏਟ ਆ, ਮੈਂ ਪੋਸਟ ਗ੍ਰੈਜੂਏਟ, ਫਿਰ ਬੰਦਾ ਸੋਚਦਾ ਵੀ ਮੈਂ ਵੀ ਹੋਵਾਂ ਨਾ। ਤੇ ਜਿਹਦੇ ਅੰਦਰ ਰੀਝ ਆ, ਮੈਨੂੰ ਲੱਗਦਾ ਉਹਨੇ ਤਾਂ ਕਦੇ ਵੀ ਪੜ੍ਹ ਲੈਣਾ, ਕਦੇ ਵੀ ਕੁਛ ਸਿੱਖ ਲੈਣਾ। ਜ਼ਰੂਰੀ ਨਹੀਂ ਵੀ ਇਕੱਲੀ ਪੜ੍ਹਾਈ ਲਿਖਾਈ। ਮੇਰੀ ਇੱਕ ਫਰੈਂਡ ਆ, ਜਿਵੇਂ ਤੁਸੀਂ ਕਿਹਾ ਵੀ ਡਰਾਈਵਿੰਗ, ਹੈ ਨਾ, ਉਹ ਹੁਣ 45 ਸਾਲ ਦੀ ਹੋ ਗਈ, ਉਹਨੇ ਕਾਰ ਡਰਾਈਵ ਕਰਨੀ ਸਿੱਖੀ ਆ, ਹੈ ਨਾ। ਤੇ ਜਸਵੰਤ ਜਫਰ ਸਰ ਦੇ ਵਾਈਫ ਨੇ ਜਿਹੜੇ, ਉਹ ਦੱਸਦੇ ਹੁੰਦੇ, ਕਹਿੰਦੇ ਵੀ ਜਦੋਂ ਸਾਡੇ ਵਿਆਹ ਤੋਂ ਬਾਅਦ ਅਸੀਂ ਕਾਰ 'ਚ ਜਾਣਾ ਵੀ ਇਹ ਬਹੁਤ ਸਲੋ ਕਾਰ ਚਲਾਉਂਦੇ ਸੀਗੇ। ਕਹਿੰਦੇ ਮੈਨੂੰ ਬੜਾ ਹੋਣਾ ਵੀ ਛੇਤੀ ਕਿਉਂ ਨਹੀਂ ਪਹੁੰਚ ਸਕਦੇ, ਨਾ। ਤੇ ਉਹਨਾਂ ਨੇ ਕਾਰ ਡਰਾਈਵ ਕਰਨੀ ਸਿੱਖੀ। ਹੁਣ ਉਹ ਕਹਿੰਦੇ ਵੀ ਜਦੋਂ ਦੀ ਤਕਰੀਬਨ 20 ਸਾਲ ਹੋ ਗਏ ਨੇ ਇਸ ਗੱਲ ਨੂੰ, ਕਹਿੰਦੇ ਬੱਚਿਆਂ ਨੂੰ ਮੈਂ ਸਕੂਲ ਡਰੋਪ ਕਰਨ ਜਾਣਾ, ਲੈਣ ਜਾਣਾ, ਤੇ ਕਹਿੰਦੇ ਹੁਣ ਅਸੀਂ ਜਿੰਨਾ ਮਰਜ਼ੀ ਲੰਮੇ ਸਫ਼ਰ 'ਤੇ ਜਾਈਏ ਕਾਰ ਹਮੇਸ਼ਾ ਮੈਂ ਹੀ ਚਲਾਉਂਦੀ ਹਾਂ, ਹੈ ਨਾ। ਤੇ ਇਹ ਚੀਜ਼ ਜ਼ਰੂਰੀ ਨਹੀਂ ਵੀ ਤੁਸੀਂ ਡਰਾਈਵਿੰਗ ਹੀ ਸਿੱਖੋ ਜਾਂ ਤੁਸੀਂ ਪੜ੍ਹਾਈ ਲਈ, ਤੁਸੀਂ ਕੋਈ ਵੀ ਸਕਿੱਲ ਸਿੱਖ ਸਕਦੇ ਹੋ। ਕਈ ਵਾਰੀ ਇਹਦੀ ਸਭ ਤੋਂ ਵੱਡੀ ਐਗਜ਼ਾਮਪਲ ਇਹ ਆ ਵੀ ਕਈ ਵਾਰੀ ਵਿਆਹ ਤੋਂ ਪਹਿਲਾਂ ਸਾਨੂੰ ਜਮਾਂ ਹੀ ਕੁਕਿੰਗ ਨਹੀਂ ਆਉਂਦੀ ਹੁੰਦੀ, ਅਸੀਂ ਵਿਆਹ ਤੋਂ ਬਾਅਦ ਕਿਵੇਂ ਸਿੱਖ ਜਾਂਦੇ ਹਾਂ, ਕਿਉਂਕਿ ਸਾਨੂੰ ਲੱਗਦਾ ਉਹ ਤੋਂ ਬਿਨਾਂ ਕੁਝ ਪੋਸੀਬਲ ਹੀ ਨਹੀਂ। ਉਹ ਸਭ ਤੋਂ ਜ਼ਰੂਰੀ ਚੀਜ਼ ਆ, ਹੈ ਨਾ। ਇੱਦਾਂ ਹੀ ਮੈਨੂੰ ਲੱਗਦਾ ਕੋਈ ਵੀ ਸਕਿੱਲ ਆ, ਤੁਸੀਂ ਉਹਨੂੰ ਮੰਨ ਲਓ ਵੀ ਇਹ ਮੇਰੀ ਲਾਈਫ ਲਈ ਜ਼ਰੂਰੀ ਆ ਜਾਂ ਮੈਨੂੰ ਕਰਨਾ ਚਾਹੀਦਾ, ਤੁਸੀਂ ਉਹਨੂੰ ਕਿਸੇ ਵੀ ਉਮਰ 'ਚ ਕਰ ਲਓਗੇ। ਪਛਤਾਵਾ ਨਹੀਂ ਹੋਣਾ ਚਾਹੀਦਾ, ਮਨ 'ਚ ਇਹ ਰਿਗਰੈਟ ਨਹੀਂ ਹੋਣਾ ਚਾਹੀਦਾ ਕਿ ਮੈਂ ਜ਼ਿੰਦਗੀ 'ਚ ਪੜ੍ਹਨਾ ਚਾਹੁੰਦਾ ਸੀ ਜਾਂ ਕੁਛ ਸਿੱਖਣਾ ਚਾਹੁੰਦਾ ਸੀ, ਕਰਨਾ ਚਾਹੁੰਦਾ ਸੀ, ਮੈਂ ਕਰ ਨਹੀਂ ਸਕਿਆ।
ਮੇਰੇ ਇੱਕ ਭੂਆ ਨੇ ਬੇਅੰਤ ਕੌਰ, ਤੇ ਉਹਨਾਂ ਦੀ ਬੇਟੀ ਜਦੋਂ ਹੋਈ ਨਾ ਵੈਕਸੀਨੇਸ਼ਨ ਟਾਈਮ, ਕੋਈ ਉਹਨਾਂ ਦੇ ਇੰਜੈਕਸ਼ਨ ਇਦਾਂ ਦਾ ਲੱਗਿਆ ਵੀ ਉਹਦੀ ਮੈਂਟਲ ਗਰੋਥ ਸੀ ਬਹੁਤ ਸਲੋ ਹੋ ਗਈ ਆਮ ਬੱਚਿਆਂ ਨਾਲੋਂ, ਤੇ ਉਹਦਾ ਉਹਨਾਂ ਨੇ ਬਹੁਤ ਧਿਆਨ ਰੱਖਿਆ। ਹੁਣ ਤਾਂ ਚਲੋ ਮਾਸਟਰਸ ਕਰ ਰਹੀ ਆ, ਹੈ ਨਾ, ਸ਼ਾਇਦ ਕਰ ਚੁੱਕੀ ਹੋਣੀ ਆ। ਜਦੋਂ ਪਲੱਸ BSF ਦੇ ਵਿੱਚ ਨੇ ਫੁੱਫੜ ਜੀ, ਤਾਂ ਉਹਨਾਂ ਦੇ ਆਪਣੇ ਸਕੂਲ ਹੁੰਦੇ ਨੇਗੇ, ਪਰ ਜਦੋਂ ਉਹਨੇ ਕਾਲਜ ਜਾਣਾ ਸੀਗਾ ਗ੍ਰੈਜੂਏਸ਼ਨ ਕਰਨ ਦੇ ਲਈ, ਤਾਂ ਉੱਥੇ ਪੂਜੀ ਨੂੰ ਸੀਗਾ ਵੀ ਇਹਨੂੰ ਹਲੇ ਵੀ ਕੇਅਰ ਦੀ ਜ਼ਰੂਰਤ ਆ, ਹੈ ਨਾ। ਹੁਣ ਤਾਂ ਬਹੁਤ ਵਧੀਆ ਆ, ਬਿਲਕੁਲ ਨਾਰਮਲ ਬੱਚਿਆਂ ਵਾਂਗੂ ਆ, ਪਰ ਫਿਰ ਵੀ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਇਹਨੂੰ ਹਲੇ ਮਤਲਬ ਸੇਫ ਗਾਰਡ ਚਾਹੀਦਾ ਆ ਘਰ ਤੋਂ ਬਾਹਰ, ਹੈ ਨਾ। ਤਾਂ ਪੂਜੀ ਗ੍ਰੈਜੂਏਟ ਸੀਗੇ, ਤਾਂ ਉਹਨਾਂ ਨੇ ਕੀ ਕੀਤਾ, ਸੇਮ ਕਾਲਜ ਦੇ ਵਿੱਚ ਐਡਮਿਸ਼ਨ ਲਈ ਜਿਸ ਕਾਲਜ ਦੇ ਵਿੱਚ ਉਹਨਾਂ ਨੇ ਆਪਣੀ ਬੇਟੀ ਨੂੰ ਗ੍ਰੈਜੂਏਸ਼ਨ ਕਰਵਾਉਣੀ ਸੀਗੀ, ਤਾਂ ਉਹਨਾਂ ਨੇ ਉੱਥੇ MA ਸੋਸ਼ੀਓਲੋਜੀ ਦੀ ਪੜ੍ਹਾਈ ਪੂਰੀ ਕੀਤੀ, ਹੈ ਨਾ। ਇਹ ਤਾਂ ਚਲੋ ਇੱਕ ਮਦਰ ਦੇ ਸੈਕਰੀਫਾਈਸ ਦੀ ਵੀ ਗੱਲ ਆ, ਪਰ ਉਹਨਾਂ ਦਾ ਵੀ ਕਿੱਡਾ ਹੌਸਲਾ ਹੋਊਗਾ ਵੀ ਉਹਨਾਂ ਦੇ ਵਿਆਹ ਨੂੰ 25 ਸਾਲ ਹੋ ਚੁੱਕੇ ਨੇ, 25 ਸਾਲ ਤੋਂ ਬਾਅਦ ਤੁਸੀਂ ਪੜ੍ਹਾਈ ਕਰਨ ਬਾਰੇ ਸੋਚ ਰਹੇ ਹੋ, ਉਹ ਵੀ ਉਸੇ ਹੀ ਕਾਲਜ ਦੇ ਵਿੱਚ ਜਿੱਥੇ ਤੁਹਾਡਾ ਬੱਚਾ ਪੜ੍ਹਨ ਜਾ ਰਿਹਾ, ਹੈ ਨਾ। ਚਾਹੇ ਤੁਹਾਡਾ ਮੋਟਿਵ ਕੁਝ ਹੋਰ ਸੀਗਾ, ਪਰ ਫਿਰ ਵੀ ਇੰਨੇ ਸਾਲਾਂ ਬਾਅਦ ਕਿਤਾਬਾਂ ਚੱਕਣੀਆਂ, ਪੇਪਰ, ਪੜ੍ਹਾਈ, ਹੈ ਨਾ, ਉਹ ਵੀ ਹੌਸਲੇ ਦੀ ਗੱਲ ਹੁੰਦੀ ਆ। ਸੋ ਕਿਸੇ ਵੀ ਉਮਰ ਦੇ ਵਿੱਚ ਜਾ ਕੇ ਅਸੀਂ ਆਪਣਾ ਕੋਈ ਵੀ ਸ਼ੌਂਕ ਜਾਂ ਕੋਈ ਤੁਹਾਡੀ ਦਿਲਚਸਪੀ ਆ ਕੋਈ ਚੀਜ਼ ਸਿੱਖਣ ਦੀ, ਅਸੀਂ ਕਰ ਸਕਦੇ ਹਾਂ, ਕਰ ਸਕਦੇ ਹਾਂ। ਦੇਖੋ ਕੁਝ ਕੁ ਦਿਨ ਪਹਿਲਾਂ ਨਾ ਇੱਕ ਲੇਡੀ ਦੀ ਪਿਕਚਰ ਆ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ, ਵੀ ਉਹਦੇ ਹਸਬੈਂਡ ਪੁਲਿਸ 'ਚ ਸੀਗੇ, ਹੈ ਨਾ, ਤੇ ਉਹ ਦੇਖਦੇ ਸੀ ਵੀ ਉਹ ਵੱਡੇ ਆਫੀਸਰਸ ਨੂੰ ਸੈਲਿਊਟ ਕਰਦੇ ਨੇ ਮੇਰੇ ਹਸਬੈਂਡ, ਹੈ ਨਾ। ਤਾਂ ਉਹਨਾਂ ਨੇ ਬੱਚਿਆਂ ਤੋਂ ਬਾਅਦ ਆਪਣੀ ਗ੍ਰੈਜੂਏਸ਼ਨ ਕੀਤੀ, ਉਸ ਤੋਂ ਬਾਅਦ ਉਹਨਾਂ ਨੇ ਕਿਸੇ ਗਜ਼ਟਡ ਪੋਸਟ ਲਈ ਮਤਲਬ ਐਂਟਰੈਂਸ ਕਲੀਅਰ ਕੀਤਾ, ਤੇ ਹੁਣ ਉਹ ਲੇਡੀ ਕਮਿਸ਼ਨਰ ਆ, ਹੈ ਨਾ, ਇਸ ਟਾਈਮ। ਤਾਂ ਉਹ ਕਹਿੰਦੇ ਵੀ ਇੱਕ ਚੀਜ਼ ਨੇ, ਸਿਰਫ ਇੱਕ ਚੀਜ਼ ਨੇ ਵੀ ਜਿਨ੍ਹਾਂ ਨੂੰ ਉਹ ਸੈਲਿਊਟ ਕਰਦੇ ਨੇ, ਉਹਨਾਂ ਦਾ ਮਤਲਬ ਲਾਈਫ ਸਟਾਈਲ ਜਾਂ ਉਹਨਾਂ ਦੀ ਜ਼ਿੰਦਗੀ ਕਿਵੇਂ ਦੀ ਹੋਊਗੀ, ਹੈ ਨਾ, ਉਹ ਬਣਾਉਣ ਲਈ ਉਹ ਉੱਥੇ ਪਹੁੰਚ ਗਏ। ਮਤਲਬ ਉਹ ਇੱਕ ਇੱਛਾ ਨੇ ਉਹਨਾਂ ਨੂੰ ਉੱਥੇ ਪਹੁੰਚਾਤਾ। ਇਹੋ ਜਿਹੇ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਦੀਆਂ ਸ਼ਾਇਦ ਕਹਾਣੀਆਂ ਆਪਾਂ ਨੂੰ ਪੜ੍ਹਨ ਨੂੰ ਨਹੀਂ ਮਿਲਦੀਆਂ, ਪਰ ਜਿਨ੍ਹਾਂ ਨੇ ਮਤਲਬ ਜ਼ਿੰਦਗੀ ਨੂੰ ਜਾਂ ਉਮਰ ਨੂੰ ਇੱਕ ਸਟਾਪ ਨਹੀਂ ਬਣਾਇਆ ਆਪਣੀ ਲਾਈਫ 'ਚ ਨਾ। ਉਹਨਾਂ ਨੇ ਸੋਚਿਆ ਵੀ ਅਸੀਂ ਗਰੋ ਕਰਨਾ। ਕਦੇ ਵੀ ਤੁਸੀਂ ਕਿਸੇ ਰੁੱਖ ਨੂੰ ਵੀ ਦੇਖ ਲਓ, ਕਦੀ ਦੇਖਿਆ ਵੀ ਉਹ ਇੱਕੋ ਤਰ੍ਹਾਂ ਦਾ ਤੁਹਾਨੂੰ ਸਾਰੀ ਉਮਰ ਦਿਖੀ ਜਾਊਗਾ, ਹੈ ਨਾ। ਸਿਰਫ ਆਪਾਂ ਇਨਸਾਨ ਆ ਜਿਹੜੇ ਆਪਾਂ ਸੋਚਦੇ ਹਾਂ ਵੀ ਚਲੋ ਜੇ 20 ਸਾਲ ਤੱਕ ਜਿੰਨੀ ਪੜ੍ਹਾਈ ਕਰ ਲਈ ਉਹ ਠੀਕ ਆ। ਅੱਜ ਕੱਲ੍ਹ ਚਲੋ ਯੂਨੀਵਰਸਿਟੀ ਕਰਕੇ ਲੋਕ PhD ਕਰਦੇ ਆ, 30 ਸਾਲ ਵਾਲਾ ਕਲਚਰ ਆ ਗਿਆ, ਹੈ ਨਾ। ਜਦੋਂ ਅਸੀਂ ਜੀ ਥੋੜ੍ਹੀ ਜਿਹੀ ਵੀ ਚੰਗੀ ਨੌਕਰੀ, ਜਿੰਨੇ ਪੈਸੇ ਸਾਨੂੰ ਲੱਗਦਾ ਜ਼ਿੰਦਗੀ ਲਈ ਜ਼ਰੂਰੀ ਨੇ, ਕਮਾਉਣ ਲੱਗ ਜਾਂਦੇ ਹਾਂ, ਤਾਂ ਅਸੀਂ ਉੱਥੇ ਹੀ ਆਪਣੀ ਗਰੋਥ ਰੋਕ ਦਿੰਦੇ ਹਾਂ, ਹੈ ਨਾ। ਜਦ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਵਧੀਆ ਜੋਬਸ ਦੇ ਨਾਲ ਹੋਰ ਬਿਜ਼ਨਸ ਕਰਦੇ ਆ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਸਾਡੀ ਗਰੋਥ ਹੁੰਦੀ ਰਹੇ। ਜ਼ਰੂਰੀ ਨਹੀਂ ਵੀ ਪੈਸਾ ਹੀ ਆਊ, ਤੁਹਾਡੀ ਗਰੋਥ ਵੀ ਹੁੰਦੀ ਆ ਉਸ ਚੀਜ਼ ਨਾਲ, ਹੈ ਨਾ। ਤਾਂ ਬਹੁਤ ਕੁਛ ਆ ਨਵਾਂ ਜਿਹੜਾ ਲੋਕ ਸਿੱਖਦੇ ਨੇ, ਜਿਹੜਾ ਹੁਣ ਦੀ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੈ ਨਾ। ਜਿਵੇਂ ਹੁਣ ਤੁਸੀਂ ਕਿਹਾ ਵੀ ਕੰਪਿਊਟਰ ਸਿੱਖ ਲਿਆ ਉਹਨਾਂ ਨੇ, ਹੈ ਨਾ, ਤੇ ਤੁਹਾਨੂੰ ਵੀ ਹੈਰਾਨੀ ਹੋਊਗੀ ਵੀ ਮੈਂ ਵੀ ਮਤਲਬ ਕਾਰ ਡਰਾਈਵ ਕਰਨਾ ਜਾਂ ਸਕੂਟਰ ਡਰਾਈਵ ਕਰਨਾ 35 ਸਾਲ ਦੀ ਉਮਰ ਤੋਂ ਬਾਅਦ ਹੀ ਸਿੱਖਿਆ, ਹੈ ਨਾ। ਤੇ ਇਸੇ ਤਰ੍ਹਾਂ ਮੈਨੂੰ ਕੰਪਿਊਟਰ ਚਲਾਉਣਾ ਨਹੀਂ ਆਉਂਦਾ ਸੀਰੀਅਸਲੀ, ਹੈ ਨਾ। ਮੈਂ ਜਿਹੜਾ ਕੁਛ ਕਰਦੀ ਹਾਂ ਫੋਨ 'ਤੇ ਹੀ ਕਰਦੀ ਹਾਂ ਸਾਰਾ। ਤਾਂ ਮੈਨੂੰ ਲੱਗਦਾ ਹੁੰਦਾ ਵੀ ਹੁਣ ਇਹ ਵੀ ਇੱਕ ਚੀਜ਼ ਹੈ ਜਿਹੜੀ ਮੈਨੂੰ ਸਿੱਖਣੀ ਚਾਹੀਦੀ ਹੈ, ਹੈ ਨਾ। ਇੱਦਾਂ ਹੀ ਆਪਾਂ ਥੋੜ੍ਹੇ ਦਿਨ ਪਹਿਲਾਂ ਇੱਕ ਇੰਜੀਨੀਅਰ ਨੂੰ ਮਿਲੇ ਸੀਗੇ ਜਿਹੜੇ ਕਿ ਹੁਣ ਤਾਂ ਚਲੋ ਰਿਟਾਇਰਡ ਨੇ। ਤਾਂ ਉਹ ਦੱਸ ਰਹੇ ਸੀ ਵੀ ਜਦੋਂ ਮੈਂ ਮਸ਼ੀਨਾਂ ਬਣਾ ਥੱਕ ਗਿਆ ਸੀਗਾ, ਤਾਂ ਮੈਨੂੰ ਲੱਗਦਾ 40-45 ਸਾਲ ਉਮਰ ਹੋਣੀ ਉਦੋਂ ਉਹਨਾਂ ਦੀ, ਵੀ ਮੈਂ ਪੈਰਿਸ ਚਲਿਆ ਗਿਆ ਸੀਗਾ ਬੇਕਿੰਗ ਦਾ ਕੰਮ ਸਿੱਖਣ, ਹੈ ਨਾ। ਸੋ ਗੱਲ ਮੁੱਦਾ ਇਹੀ ਸੀਗਾ ਅੱਜ ਦਾ ਆਪਣਾ, ਵੀ ਜ਼ਿੰਦਗੀ ਦੇ ਵਿੱਚ ਪਛਤਾਵਾ ਨਾ ਮਨ ਦੇ ਵਿੱਚ ਰੱਖੋ। ਅਗਰ ਤੁਹਾਡੇ ਕੋਲ ਮੌਕਾ ਹੈ, ਤੁਸੀਂ ਕਰਨਾ ਚਾਹੁੰਦੇ ਹੋ, ਤੁਹਾਡੀ ਲਗਨ ਆ, ਤਾਂ ਤੁਸੀਂ ਜ਼ਿੰਦਗੀ ਦਾ ਆਪਣਾ ਕੋਈ ਵੀ ਸੁਪਨਾ ਪੂਰਾ ਕਰ ਸਕਦੇ ਹੋ। ਆਪਣੀ ਕੋਈ ਵੀ ਦਿਲਚਸਪ ਚੀਜ਼ ਆ ਉਹਨੂੰ ਸਿੱਖ ਸਕਦੇ ਹੋ, ਤੁਸੀਂ ਪੜ੍ਹ ਸਕਦੇ ਹੋ, ਆਪਣਾ ਕੋਈ ਵੀ ਕੰਮ ਸ਼ੁਰੂ ਕਰ ਸਕਦੇ ਹੋ। ਜਿਵੇਂ ਪਿਛਲੇ ਐਪੀਸੋਡ ਦੇ ਵਿੱਚ ਕਿਹਾ ਵੀ ਏਜ ਇਜ਼ ਜਸਟ ਅ ਨੰਬਰ। ਸੋ ਤੁਹਾਡੀ ਉਮਰ ਕਿਸੇ ਵੀ ਚੀਜ਼ ਦੇ ਵਿੱਚ ਰੁਕਾਵਟ ਨਹੀਂ ਬਣਨੀ ਚਾਹੀਦੀ, ਅਤੇ ਨਾ ਹੀ ਉਹ ਬਣਦੀ ਆ, ਅਸੀਂ ਖੁਦ ਹੀ ਸੋਚਿਆ ਹੋਇਆ, ਹੈ ਨਾ। ਸੋ ਉਮੀਦ ਹੈ ਅੱਜ ਦੀਆਂ ਇਹਨਾਂ ਗੱਲਾਂ ਬਾਤਾਂ ਨੂੰ ਵੀ ਤੁਸੀਂ ਪਸੰਦ ਕਰੋਗੇ। ਤੁਸੀਂ ਆਪਣਾ ਐਕਸਪੀਰੀਅੰਸ ਵੀ ਜ਼ਰੂਰ ਸ਼ੇਅਰ ਕਰਿਓ। ਤੁਹਾਡੇ ਆਲੇ ਦੁਆਲੇ ਵੀ ਕੋਈ ਇੱਦਾਂ ਦੀ ਉਦਾਹਰਣ ਹੈਗੀ ਹੈ ਜਿਨ੍ਹਾਂ ਨੇ, ਮੰਨ ਲਓ ਵੀ ਆਪਾਂ ਕਹੀਏ ਵੀ ਉਸ ਉਮਰ 'ਚ ਆਪਾਂ ਨਹੀਂ ਸੋਚਦੇ ਉਹ ਕੰਮ ਕਰਨ ਬਾਰੇ, ਅਤੇ ਉਹਨਾਂ ਨੇ ਉਸ ਉਮਰ ਦੇ ਵਿੱਚ ਜਾ ਕੇ ਕੋਈ ਇੱਦਾਂ ਦਾ ਮਿਸਾਲ ਵਾਲਾ ਕੰਮ ਕੀਤਾ, ਹੈ ਨਾ। ਸੋ ਬਹੁਤ ਸ਼ੁਕਰੀਆ ਭੈਣੇ, ਸੱਚ ਤੁਸੀਂ ਵੀ ਇੱਕ ਵਾਰੀ ਧੰਨਵਾਦ ਕਰੋ। ਆਪਣੇ 50 ਐਪੀਸੋਡ ਇਹਨਾਂ ਨੇ ਦੇਖੇ। ਬਿਲਕੁਲ। ਦੇਖੋ ਇੱਕ ਚੀਜ਼ ਆਪਾਂ ਭੁੱਲ ਗਏ, ਆਪਾਂ ਜਿਹੜੇ ਆਪਣੇ ਇੱਕ ਬਜ਼ੁਰਗ ਨੇ ਬਰਫੀ ਬਣਾਉਂਦੇ ਨੇ, ਹੈ ਨਾ। ਹਾਂਜੀ ਹਾਂ, ਹਰਭਜਨ ਕੌਰ ਹੋਣੀ, ਉਹਨਾਂ ਨੇ 80 ਸਾਲ ਦੀ ਉਮਰ 'ਚ, ਮਤਲਬ
85 ਸਾਲ ਦੀ ਉਹਨਾਂ ਦੀ ਉਮਰ ਸੀ ਜਦੋਂ ਉਹਨਾਂ ਨੇ ਸ਼ੁਰੂ ਕੀਤਾ ਆਪਣਾ ਬਿਜ਼ਨਸ ਹੈ ਨਾ। ਤਾਂ ਬਿਲਕੁਲ। ਤੇ ਬਾਕੀ ਤੁਸੀਂ ਤਾਂ ਹਮੇਸ਼ਾ ਮਤਲਬ ਬਹੁਤ ਪਿਆਰ ਨਾਲ ਸਾਰਿਆਂ ਨੂੰ ਕਹਿੰਦੇ ਹੋ, ਪਰ ਅਸੀਂ ਸੱਚੀ ਮਤਲਬ ਕਦੀ ਸੋਚਿਆ ਨਹੀਂ ਸੀ ਕਿ ਤੁਸੀਂ ਸਾਨੂੰ ਇੰਨਾ ਜ਼ਿਆਦਾ ਪਿਆਰ ਦਿਓਗੇ। ਸਾਡੀਆਂ ਸਰਸਰੀ ਜਿਹੀਆਂ ਗੱਲਾਂ ਜਿਹੜੀਆਂ ਅਸੀਂ ਆਮ ਜ਼ਿੰਦਗੀ 'ਚੋਂ ਕੱਢ ਕੇ ਲਿਆਉਂਦੇ ਹਾਂ, ਪਰ ਸੋਚਦੇ ਜ਼ਰੂਰ ਹੁੰਦੇ ਹਾਂ ਕਿ ਉਹੀ ਚੀਜ਼ ਕਹੀਏ ਜਿਹਦਾ ਸਾਨੂੰ ਖੁਦ ਐਕਸਪੀਰੀਅੰਸ ਹੈਗਾ। ਅਸੀਂ ਆਪਣੇ ਤਜਰਬੇ 'ਚੋਂ ਹੀ ਕੁਝ ਕੁ ਚੀਜ਼ਾਂ ਤੁਹਾਡੇ ਨਾਲ ਵੰਡੀਏ। ਤੇ ਇਸ ਪਿਆਰ ਤੇ ਇਸ ਸਤਿਕਾਰ ਲਈ ਤੇ ਸਾਨੂੰ ਹਮੇਸ਼ਾ ਦੇਖਦੇ ਰਹਿਣ ਲਈ ਅਸੀਂ ਹਮੇਸ਼ਾ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ, ਅੱਜ ਦੇ ਐਪੀਸੋਡ ਦੇ ਵਿੱਚ ਨਹੀਂ, ਮੈਨੂੰ ਗੁਰਦੀਪ ਗਰੇਵਾਲ ਨੂੰ, ਭੈਣ ਰੁਪਿੰਦਰ ਸੰਧੂ ਹੋਰਾਂ ਨੂੰ ਇਜਾਜ਼ਤ ਦੇ ਦਿਓ। ਸਤਿ ਸ਼੍ਰੀ ਅਕਾਲ।